ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਇਹ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਅਸੀਂ ਇਹ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਜੇ ਪਾਣੀ ਨਾ ਹੁੰਦਾ ਤਾਂ ਜੀਵ ਨਾ ਹੁੰਦੇ, ਜੇ ਪਾਣੀ ਨਾ ਹੁੰਦਾ ਤਾਂ ਜੀਵ ਨਾ ਹੁੰਦੇ, ਜੇ ਮੈਂ ਨਾ ਹੁੰਦੀ ਤਾਂ ਅਸੀਂ ਅਜੀਬ ਨਾ ਹੁੰਦੇ। ਦੋਸਤੋ, ਜੇ ਕੁਦਰਤ ਨਾ ਹੁੰਦੀ ਤਾਂ ਗਿਆਨ ਨਾ ਹੁੰਦਾ, ਜੇ ਕੁਦਰਤ ਨਾ ਹੁੰਦੀ ਤਾਂ ਗਿਆਨ ਨਾ ਹੁੰਦਾ, ਜੇ ਗਿਆਨ ਹੀ ਨਾ ਹੁੰਦਾ ਤਾਂ ਵਿਗਿਆਨ ਨਾ ਹੁੰਦਾ। ਬੱਬਲ ਓਏ ਕੁਦਰਤ ਹੱਥੋਂ ਕਦੇ ਹਾਰ ਨਾ ਹੁੰਦੀ, ਬੱਬਲ ਓਏ ਕੁਦਰਤ ਹੱਥੋਂ ਕਦੇ ਹਾਰ ਨਾ ਹੁੰਦੀ, ਜੇ ਸਾਇੰਸ ਵੱਡੀ ਜਾਂ ਕੁਦਰਤ ਇਹ ਤਕਰਾਰ ਨਾ ਹੁੰਦੀ। ਦੋਸਤੋ, ਸਾਇੰਸ ਨੇ ਸਾਡੀ ਜ਼ਿੰਦਗੀਆਂ ਦੇ ਵਿੱਚ ਬਹੁਤ ਤਬਦੀਲੀ ਲੈ ਕੇ ਆਂਦੀ ਹੈ, ਕੋਈ ਸ਼ੱਕ ਨਹੀਂ। ਸਾਡੀਆਂ ਜ਼ਿੰਦਗੀਆਂ ਬਹੁਤ ਸੁਖੀ ਹੋ ਗਈਆਂ ਨੇ ਸਾਇੰਸ ਦੀਆਂ ਉਪਲਬਧੀਆਂ ਦੇ ਕਰਕੇ, ਪਰ ਜਿਹੜੀ ਕੁਦਰਤ ਦੇ ਕਰਕੇ ਸਾਡੀ ਇਨਸਾਨਾਂ ਦੀ, ਜਾਨਵਰਾਂ ਦੀ, ਪੰਛੀਆਂ ਦੀ ਐਗਜ਼ਿਸਟੈਂਸ ਹੈ, ਹੋਂਦ ਹੈ, ਅਸੀਂ ਉਸ ਤੋਂ ਵੱਡੇ ਕਦੇ ਨਹੀਂ ਹੋ ਸਕਦੇ। ਚਾਹੇ ਹੁਣ ਅਸੀਂ ਕਰੋਨਾ ਦੇ ਦੌਰ ਦੀ ਗੱਲ ਕਰੀਏ, ਜਿਹਦੇ ਵਿੱਚ ਕਿ ਕੁਦਰਤ ਨੇ ਦੇਖੋ ਕਿਸ ਤਰ੍ਹਾਂ ਸਾਰਾ ਕੁਝ ਟੇਕ ਓਵਰ ਕੀਤਾ ਤੇ ਅਸੀਂ ਸਾਰੀ ਹਿਊਮੈਨਿਟੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਬੈਕ ਫੁੱਟ ਤੇ ਆਏ ਹਾਂ, ਤੇ ਹਜੇ ਵੀ ਮੈਡੀਸਿਨ ਜਿਹੜੀ ਕਹਿ ਲਓ ਵੀ ਅਵੇਲੇਬਲ ਨਹੀਂ ਹੋਈ ਹੈ। ਬੜਾ ਇੱਕ ਦੌਰ ਇਹ ਲੰਬਾ ਚੱਲ ਰਿਹਾ, ਹੋਪਫੁਲੀ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਹੈ ਕਹਿ ਲਓ ਇਹਨੂੰ ਓਵਰਕਮ ਕਰ ਲਿਆ ਜਾਏਗਾ। ਪਰ ਇਸ ਦੌਰ ਦੇ ਵਿੱਚ ਵੀ ਜਿੱਥੇ ਅਸੀਂ ਸਾਰੇ ਆਪਣੇ ਆਪਣੇ ਘਰੇ ਬੈਠੇ ਸੀ, ਉੱਥੇ ਹੀ ਕਲਗੀਧਰ ਟਰਸਟ UK ਨੇ ਤੇ ਬੜੂ ਸਾਹਿਬ ਨੇ ਇੱਕ ਇਨੀਸ਼ੀਏਟਿਵ ਸੋਚਿਆ ਕਿ ਕਿਉਂ ਨਾ ਇੱਕ ਐਸੀ ਵਾਕ ਲੈ ਕੇ ਆਂਦੀ ਜਾਵੇ, ਇੱਕ ਚੈਰਿਟੀ ਵਾਕ, ਜਿਹਦੇ ਵਿੱਚ ਕਿ ਪੂਰੇ ਗਲੋਬ ਤੋਂ ਇੰਟਰਨੈਸ਼ਨਲੀ ਲੋਕਾਂ ਨੂੰ ਜੋ ਹੈ ਉਹਨਾਂ ਦੀ ਸ਼ਮੂਲੀਅਤ ਕੀਤੀ ਜਾਵੇ, ਉਹਨਾਂ ਨਾਲ ਕਨੈਕਟ ਕੀਤਾ ਜਾਵੇ ਤੇ ਵਾਕ ਕਰੀਏ ਤਾਂ ਜੋ ਆਪਣੇ ਘਰਾਂ ਤੋਂ ਬਾਹਰ ਆਵੇ। ਪਰ ਇਹਦਾ ਇੱਕ ਵੱਡਾ ਕਾਜ਼ ਵੀ ਹੈ ਜੋ ਅਸੀਂ ਆਪਣੇ ਐਪੀਸੋਡ ਦੇ ਵਿੱਚ ਅੱਜ ਡਿਸਕਸ ਕਰਾਂਗੇ। ਸੋ ਆਓ ਇੱਥੋਂ ਹੀ ਐਪੀਸੋਡ ਦੀ ਸ਼ੁਰੂਆਤ ਕਰਨਾ ਚਾਹਾਂਗਾ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਰਣਵੀਰ ਸਿੰਘ ਜੀ ਅਟਵਾਲ ਜੀ ਦਾ, ਜੋ ਕਿ ਆਪਣੇ ਘਰੋਂ ਹੀ ਰਿਮੋਟਲੀ ਸਾਡੇ ਨਾਲ ਜੁੜ ਚੁੱਕੇ ਹਨ। ਅਟਵਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਅਟਵਾਲ ਜੀ, ਕੱਲ ਨੂੰ ਹੁਣ ਤੁਹਾਡਾ ਜੋ ਚੈਰਿਟੀ ਵਾਕ ਹੈ, ਵਾਕ ਟੂ ਸੇਵ, ਉਹਦਾ ਆਗਾਜ਼ ਹੋਣ ਜਾ ਰਿਹਾ। ਕਿਸ ਤਰ੍ਹਾਂ ਤੁਸੀਂ ਆਗਾਜ਼ ਕਰ ਰਹੇ ਹੋ? ਕਿਉਂਕਿ ਬੜੀ ਵਾਰ ਅਸੀਂ ਦੇਖਿਆ ਕਿ ਲੋਕ ਫਾਇਰ ਵਰਕਸ ਕਰਦੇ ਨੇ, ਕੋਈ ਸੈਰੇਮਨੀ ਕਰਦੇ ਹੈ, ਕੋਈ ਫੰਕਸ਼ਨ ਕਰਦੇ ਹੈਗੇ ਆ। ਤੁਸੀਂ ਇਸ ਤਰ੍ਹਾਂ ਇਸ ਦਾ ਆਗਾਜ਼ ਕਿਸ ਤਰ੍ਹਾਂ ਕਰ ਰਹੇ ਹੋ, ਕਿਉਂਕਿ ਟੁਮਾਰੋ ਇਜ਼ ਦਾ ਡੇ? ਦੇਖੋ ਜੀ, ਇਹ ਆਗਾਜ਼ ਹੈ ਸਰਬੱਤ ਦੇ ਭਲੇ ਦਾ ਜੀ। ਇਸ ਵੇਲੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੂਰੀ ਲੋਕਾਈ ਤੜਫ ਰਹੀ ਹੈ ਕਰੋਨਾ ਦੀ ਮਹਾਮਾਰੀ ਦੇ ਨਾਲ ਜੀ, ਤੋ ਇਹਦਾ ਆਗਾਜ਼ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਬੜੂ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋਏ ਜੀ, ਤੇ ਅੱਜ ਉਹਨਾਂ ਦਾ ਭੋਗ ਪੈ ਕੇ ਅਰਦਾਸ ਸਰਬੱਤ ਦੇ ਭਲੇ ਦੀ ਤੇ ਜਿਹੜੀ ਵੋਕ ਆ ਜੀ, ਤੇ ਇਹ ਅਸੀਂ ਤਾਂ ਸਾਡਾ ਤਾਂ ਇਹੋ ਹੀ ਵਿਸ਼ਾ ਹੈ ਕਿ ਇਹਦੇ 'ਚ ਕਿਉਂਕਿ ਬਹੁਤਾ ਇਕੱਠ ਨਹੀਂ ਕਰਨਾ, ਨਾ ਇਹ ਕਰਨਾ ਚਾਹੀਦਾ ਹੀ ਹੈ। ਬਿਲਕੁਲ ਜੀ। ਆਈਡੀਆ ਇਹੋ ਹੀ ਸੀ ਕਿ ਇਹਦੇ 'ਚ ਤੁਸੀਂ ਕਿਸੇ ਦਾ ਸਾਥ ਨਾ ਲੱਭੋ, ਇੱਕ ਸਿਰਫ ਵਾਹਿਗੁਰੂ ਦਾ ਸਾਥ ਹੈ, ਜੀ, ਗੁਰੂ ਨਾਨਕ ਦੇਵ ਜੀ ਦਾ ਪਿਆਰ ਹੈ। ਤੇ ਜਿਹੜਾ ਰਾਹ ਉਹਨੇ ਦੱਸਿਆ ਸੀ ਕਿ ਆਪਣੀ ਜਿਹੜੀ ਕੌਨਸ਼ੀਅਸ ਹੈ ਆਤਮਾ, ਕਿ ਆਤਮਾ ਦੀ ਆਵਾਜ਼ ਸੁਣੋ ਤੇ ਆਤਮਾ ਦੇ ਰਾਹ ਤੇ ਚੱਲੋ। ਜੀ। ਸੋ ਹਰ ਇੱਕ ਨੂੰ ਇਹੋ ਹੀ ਬੇਨਤੀ ਹੈ ਕਿ ਇਹਦੇ ਵਿੱਚ ਪਾਰਟਿਸਿਪੇਟ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਪਣਾ ਯੋਗਦਾਨ ਪਾਓ। ਤੇ ਜਦੋਂ ਜੀ, ਇਹ ਐਂਡ ਤੇ 28 ਦਿਨ ਬਾਅਦ ਫਿਰ ਅਖੰਡ ਪਾਠ ਸਾਹਿਬ ਦਾ ਪ੍ਰਾਰੰਭ ਕਰਕੇ ਅੰਤ ਤੇ ਭੋਗ ਪਾ ਕੇ ਸਾਰੇ ਸਰਬੱਤ ਦੇ ਭਲੇ, ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਜਾਂ ਜਿਹਨੇ ਨਹੀਂ ਕੀਤਾ, ਪੂਰੇ ਜਗਤ ਦੇ ਭਲੇ ਦੀ ਅਰਦਾਸ ਉੱਥੇ ਫਿਰ ਹੋਏਗੀ ਐਜ਼ ਏ ਥੈਂਕ ਯੂ, ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਵਜੋਂ ਨਾ। ਜੀ, 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 ਹਾਂਜੀ, 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 ਬਿਲਕੁਲ ਜੀ। ਸੋ ਬੇਸਿਕਲੀ ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਦੇ ਨਾਲ ਕਹਿ ਲਓ ਵੀ ਇਹਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਵਧੀਆ ਤਾਂ ਕੀ ਹੋ ਸਕਦਾ ਜੀ? ਗੁਰੂ ਤੋਂ ਪਿੱਛੇ ਕੁਛ ਨਹੀਂ, ਗੁਰੂ ਤੋਂ ਅੱਗੇ ਕੁਛ ਨਹੀਂ। ਸੋ ਜੇ ਉੱਥੋਂ ਅਸੀਂ ਸਿੰਪਲ ਹੁਕਮਨਾਮਾ ਵੀ ਜਿਹੜਾ ਆਇਆ ਪ੍ਰਾਰੰਭ ਦੇ ਵਿੱਚ ਇਹੋ ਹੀ ਸੀਗਾ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਅੱਛਾ, ਅੱਛਾ। ਉਹ ਹੈ ਕਿ ਜੇ ਕੋਈ ਚੀਜ਼ ਕੰਪਲੀਟ ਹੈ, ਜੇ ਕੋਈ ਚੀਜ਼ ਪੂਰਨ ਹੈ ਤੇ ਜੁਗਾ ਜਗੰਤਰਾਂ 'ਚ ਵੀ ਉਹੀ ਪੂਰਨ ਸੀ, ਜੀ, ਜੀ, ਮੱਧ ਦੇ ਵਿੱਚ ਵੀ ਉਹੀ ਪੂਰਨ ਤੇ ਅੰਤ ਦੇ ਵਿੱਚ ਵੀ ਉਹੀ ਪੂਰਨ ਹੋਣਾ। ਜੀ, ਕੀ ਬਾਤ ਹੈ। ਜੀ, ਜੀ, ਜੀ। ਤੇ ਹੁਕਮਨਾਮੇ 'ਚ ਇਹ ਵੀ ਸੀਗਾ ਕਿ ਸਭ ਕੁਝ ਜੋ ਹੋ ਰਿਹਾ ਭਾਣੇ ਵਿੱਚ ਹੋ ਰਿਹਾ। ਜੀ, ਜੀ। ਤੇ ਜਿਹਦੇ ਤੇ ਪ੍ਰਮਾਤਮਾ ਦੀ ਨਜ਼ਰ ਹੈ ਉਹਨੀ ਇਸ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਪਾਰਟਿਸਿਪੇਟ ਕਰ ਲੈਣਾ। ਜੀ, ਜੀ। ਜਿਨ੍ਹਾਂ ਤੇ ਨਹੀਂ ਹੈਗੇ ਉਹਨਾਂ ਦੀ ਅਸੀਂ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਉਹਨਾਂ ਤੇ ਵੀ ਰਹਿਮ ਕਰਨ। ਜੀ।
ਇੱਥੋਂ ਹੀ ਤੁਹਾਡੀ ਜਿਹੜੀਆਂ ਲਾਈਨਾਂ ਤੁਸੀਂ ਪੜ੍ਹੀਆਂ ਕਿ ਜਿਹੜਾ ਕੁਦਰਤ ਤੇ ਵਿਗਿਆਨ ਦਾ ਤਕਰਾਰ ਹੈ, ਜੀ ਜੀ ਜਿਹੜਾ ਕਨਫਲਿਕਟ ਹੈ ਸਾਇੰਸ ਤੇ ਨੇਚਰ ਦੇ ਵਿੱਚ, ਜੀ ਉਹ ਸਾਇੰਸ ਉਹ ਕਨਫਲਿਕਟ ਨਹੀਂ ਹੋਣਾ ਚਾਹੀਦਾ। ਹਮੇਸ਼ਾ ਸਮਝ ਲੈਣਾ ਚਾਹੀਦਾ ਕਿ ਜਿਹੜਾ ਬੇਅੰਤ ਹੈ ਮੈਂ ਉਹਦਾ ਅੰਤ ਨਹੀਂ ਪਾ ਸਕਦਾ। ਜੀ ਬਿਲਕੁਲ ਪਰ ਜੀ ਜਿੰਨਾ ਬਿਲਕੁਲ ਜਿੰਨਾ ਕਿ ਵੀ ਤੁਸੀਂ ਡਿਸਕਵਰੀ ਕਰਦੇ ਹੋ ਕੋਈ ਸਾਇੰਟੀਫਿਕ, ਠੀਕ ਹੈ, ਉਹ ਜੀ ਆਪਣੇ ਸਰੀਰਕ ਸੁੱਖ ਲਈ, ਆਤਮਿਕ ਸੁੱਖ ਲਈ ਉਹਨੂੰ ਵਰਤਿਆ ਜਾਵੇ, ਉਸ ਸੋਚ ਨੂੰ ਜੀ ਇੱਕ ਕੰਸਟਰਕਟਿਵ ਤਰੀਕੇ ਦੇ ਵਿੱਚ ਉਹਨੂੰ ਵਰਤਿਆ ਜਾਵੇ, ਹੈ ਨਾ। ਜੀ ਬਿਲਕੁਲ ਜੀ ਬਿਲਕੁਲ ਇਹ ਐਜੂਕੇਸ਼ਨ ਸਾਡੀ ਜਿਹੜੀ ਵੈਲਿਊ ਬੇਸਡ ਐਜੂਕੇਸ਼ਨ ਹੈ ਉਹਦਾ ਮੂਲ ਹੀ ਇਹੋ ਹੀ ਹੈ। ਜੀ ਬਿਲਕੁਲ ਜੀ ਬਿਲਕੁਲ ਜੀ। ਪਾਲ ਜੀ ਕੱਲ ਨੂੰ ਹੁਣ ਤੁਹਾਡਾ ਜਿਹੜਾ ਇਵੈਂਟ ਹੈ ਚੈਰਿਟੀ ਵਾਕ ਟੂ ਸੇਵ ਦਾ ਆਗਾਜ਼ ਹੈ, ਵੱਡਾ ਇਵੈਂਟ ਹੈਗਾ ਆ, ਹਨਾ ਜੀ। ਤੁਸੀਂ ਕਹਿ ਲਓ ਵੀ ਕੋਈ ਹਰੇਕ ਕੰਟਰੀ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਉੱਥੋਂ ਸ਼ਮੂਲਤ ਹੋਏ, ਅਸੀਂ ਵੈਲਕਮ ਕਰਦੇ ਹਾਂ। ਸੋ ਬੜਾ ਵੱਡਾ ਇਹਦਾ ਇੱਕ ਸਕੋਪ ਹੈਗਾ ਆ, ਹਨਾ ਜੀ, ਪਲੇਟਫਾਰਮ ਹੈਗਾ ਆ। ਮਤਲਬ ਜਦੋਂ ਵੀ ਕੋਈ ਵੱਡਾ ਇਵੈਂਟ ਹੁੰਦਾ ਹੈ ਤਾਂ ਆਰਗੇਨਾਈਜ਼ਰ ਜਿਹੜੇ ਹੁੰਦੇ ਨੇ ਉਹਨਾਂ ਦੇ ਅੰਦਰ ਦੋ ਤਰ੍ਹਾਂ ਦੀਆਂ ਫੀਲਿੰਗਸ ਮੈਂ ਹਮੇਸ਼ਾ ਦੇਖਦਾ ਹੁੰਦਾ ਕਿ ਹੁੰਦੀਆਂ ਨੇ, ਇੱਕ ਐਕਸਾਈਟਮੈਂਟ, ਇੱਕ ਨਰਵਸ। ਤੁਹਾਡੇ ਅੰਦਰ ਕੀ ਚੱਲ ਰਿਹਾ ਜੀ? ਜੀ ਪੂਰੀ ਐਕਸਾਈਟਮੈਂਟ ਹੈ ਕਿ ਵੈਸੇ ਜਦੋਂ ਇਹ ਪ੍ਰੋਗਰਾਮ ਟੀਵੀ ਤੇ ਆਏਗਾ ਉਦੋਂ ਤੇ ਸੰਡੇ ਹੋ ਜਾਣਾ ਜੀ, ਪਰ ਇਹ ਚੱਲ ਰਿਹਾ ਸੈਟਰਡੇ ਤੋਂ ਸ਼ੁਰੂ, 1 ਤਰੀਕ ਤੋਂ ਸ਼ੁਰੂ ਹੋ ਰਿਹਾ ਨਾ। ਹਾਂਜੀ ਹਾਂਜੀ ਹਾਂਜੀ। 1 ਤਰੀਕ ਨੂੰ ਅਸੀਂ ਤੇ ਪ੍ਰੋਗਰਾਮ ਬਣਾਇਆ ਕਿ 28 ਦਿਨ ਐਵਰੀ ਡੇ ਮਿਨੀਮਮ 5 ਕਿਲੋਮੀਟਰ ਜ਼ਰੂਰ ਕਰਨਾ। ਤੇ ਲੱਕੀਲੀ ਆਪਣੇ ਫੈਮਿਲੀ ਦੇ ਮੈਂਬਰ ਵੀ 6-7 ਨਾਲ ਹੋਰ ਕਰ ਰਹੇ ਨੇ ਪ੍ਰੋਗਰਾਮ ਇਹੋ। ਜੀ ਜੀ ਜੀ। ਫੈਮਿਲੀ ਦਾ ਹਿਸਾਬ ਲਾ ਰਹੇ ਸੀ ਕਿ ਜੇ ਅਸੀਂ ਫੈਮਿਲੀ ਵੱਲੋਂ ਹੀ ਦੇਖਿਆ ਜਾਵੇ ਨਾ, ਜੇ 28 ਦਿਨ ਅਸੀਂ ਸਾਰੇ 5-5 ਕਿਲੋਮੀਟਰ ਕਰਦੇ ਹਾਂ, ਜੀ 1000 ਕਿਲੋਮੀਟਰ ਤਾਂ ਸਾਡੀ ਫੈਮਿਲੀ ਦਾ ਹੋ ਜਾਂਦਾ ਇੱਕ। ਜੀ 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 ਜੀ, ਹਾਂਜੀ ਹਾਂਜੀ। ਫੈਮਿਲੀ 'ਚ 1000 ਕਿਲੋਮੀਟਰ ਹੋ ਸਕਦਾ, 28000 ਕਿਲੋਮੀਟਰ ਤੇ ਵਰਲਡ ਵਾਈਡ ਸਾਨੂੰ ਸਿਰਫ ਸਮਝ ਲਓ ਕਿ 100 ਫੈਮਿਲੀ ਚਾਹੀਦੀ ਹੈ। ਸਾਡੀ ਫੈਮਿਲੀ ਥੋੜੀ ਹੈ ਨਾ, ਜੇ ਅਸੀਂ ਸੋ ਬੜੀ ਐਕਸਾਈਟਮੈਂਟ ਹੈ ਜੀ। ਨਰਵਸ ਵਾਲੀ ਤੇ ਕੋਈ ਗੱਲ ਹੀ ਨਹੀਂ ਹੈਗੀ, ਨਰਵਸ ਕੋਈ ਗੱਲ ਹੀ ਨਹੀਂ ਹੈਗੀ। ਉਹ ਤੇ ਐਡਾ ਵਧੀਆ ਇਹੋ ਫੁਰਨਾ ਫੁਰਿਆ ਹੈ ਜੀ, ਇੰਨਾ ਵਧੀਆ ਉਪਰਾਲਾ ਹੈ, ਇੰਨਾ ਵਧੀਆ ਇਨੀਸ਼ੀਏਟਿਵ ਹੈ ਜੀ। ਤੇ ਗੁਰੂ ਨਾਨਕ ਸਾਹਿਬ ਇਹਨੂੰ ਸਫਲਤਾ ਵੀ ਬਖਸ਼ਣਗੇ, ਹਰ ਕਦਮ ਸਫਲਤਾ ਬਖਸ਼ਣਗੇ ਜੀ। ਬਿਲਕੁਲ ਜੀ ਬਿਲਕੁਲ ਜੀ, ਬਿਲਕੁਲ ਅਡਵਾਲ ਜੀ। ਨਹੀਂ, ਖੁਸ਼ੀ ਦੀ ਗੱਲ ਹੈ ਜੀ, ਤੁਸੀਂ ਚੜ੍ਹਦੀ ਕਲਾ 'ਚ। ਤੇ ਆਪਣੀ ਦੂਸਰੀ ਗੱਲ ਇਹ ਹੈ ਜੀ ਕਿ ਜਦੋਂ ਅਸੀਂ ਵਾਕ ਦੀ, ਹੁਣ ਤੁਸੀਂ ਕਨਸੈਪਟ ਲੈ ਕੇ ਆਏ ਹੋ, ਜਦੋਂ ਅਸੀਂ ਵਾਕ ਦੀ ਗੱਲ ਕਰਦੇ ਹਾਂ ਸਾਡੇ ਦਿਮਾਗ ਦੇ ਵਿੱਚ ਆਉਂਦਾ ਕਿ ਵਾਕ ਨਾਲ ਕੀ ਹੁੰਦਾ, ਵੇਟ ਲੋਸ ਹੋਏਗਾ, ਇੱਕ ਲਾਈਟ ਮੂਡ ਹੋਏਗਾ, ਹਨਾ ਜੀ। ਵਾਕ ਦੇ ਹੋਰ ਹੈਲਥ ਬੈਨੀਫਿਟ ਹੁੰਦੇ ਹੈ, ਮਸਲ ਗੇਨ ਹੋਏਗਾ, ਤੁਹਾਡੀ ਇਮਿਊਨਿਟੀ ਸਟਰੋਂਗ ਹੋਏਗੀ, ਸਟਰੈਂਥ ਵਧੇਗੀ। ਪਰ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਹੋਣਾ ਸ਼ਾਇਦ ਕਿ ਵਾਕ ਕਰਨ ਦੇ ਨਾਲ ਕਿਸੇ ਅੰਡਰ ਪ੍ਰਿਵਿਲੇਜ ਜਿਹੜੇ ਬੱਚੇ ਨੇ ਜਾਂ ਜਿਹੜੇ ਸਕੂਲ ਨਹੀਂ ਜਾ ਸਕਦੇ, ਵਾਕ ਕਰਨ ਦੇ ਨਾਲ ਉਹਨਾਂ ਦਾ ਜਿਹੜਾ ਫਿਊਚਰ ਹੈ ਉਹ ਵੀ ਕਦੇ ਸੁਨਹਿਰੀ ਹੋ ਸਕਦਾ। ਇਹ ਥਾਟ ਨਹੀਂ ਅਸੀਂ ਕਦੇ ਵੀ ਸੋਚ ਸਕਦੇ, ਨਾ ਹੀ ਕੋਈ ਡਾਕਟਰ ਇਹ ਥਾਟ ਸੋਚ ਸਕਦਾ। ਤੁਸੀਂ ਇਹ ਚੀਜ਼ਾਂ ਕਿਸ ਤਰ੍ਹਾਂ ਕਨੈਕਟ ਕੀਤੀਆਂ? ਹਾਂਜੀ, ਇਹ ਸਾਰਾ ਦਿਸ ਇਜ਼ ਆਲ ਅਬਾਊਟ ਅਵੇਅਰਨੈਸ ਜੀ। ਹੁਣ ਇਹ ਹੁੰਦੀ ਕਿ ਜਦੋਂ ਅੱਗ ਆਪਣੇ ਘਰ ਲੱਗੀ ਹੋਵੇ ਜੀ, ਤੇ ਅਸੀਂ ਫਿਰ ਕਿਸੇ ਦੂਸਰੇ ਟਾਊਨ 'ਚ ਨਹੀਂ ਜਾਣਾ ਨਾ ਬੁਝਾਉਣਾ, ਆਪਣੇ ਘਰ ਤੋਂ ਹੀ ਸ਼ੁਰੂ ਕਰਨੀ ਆ ਜੀ ਜੀ ਜੀ। ਹਾਂਜੀ, ਉਹ ਇਹ ਜਦੋਂ ਵੀ ਅਸੀਂ ਆਪਣੇ ਜਿਹੜੇ ਸਿੱਖ ਪਰਿਵਾਰ ਨੇ ਉਹਨਾਂ ਦੇ ਨਾਲ ਇਹ ਪ੍ਰੋਬਲਮ ਸਾਂਝੀ ਕੀਤੀ ਕਿ ਪੰਜਾਬ ਦੇ ਵਿੱਚ 2.5 ਲੱਖ ਬੱਚਾ ਐਸਾ ਹੈ, 3 ਤੋਂ 5 ਸਾਲ ਦੀ ਉਮਰ ਦੀ ਗੱਲ ਕਰ ਰਹੇ ਹਾਂ, ਬਾਕੀ ਤੇ ਚਲੋ ਛੱਡੋ, ਜਿਹੜੀ ਇਸ ਏਜ ਤੋਂ ਲੰਘ ਗਏ ਉਹਨਾਂ ਦੀ ਜ਼ਿੰਦਗੀ ਬਰਬਾਦ ਆ। ਜਿਹੜੇ 3 ਤੋਂ 5 ਸਾਲ ਦੀ ਉਮਰ ਦੇ ਬੱਚੇ, 2.5 ਲੱਖ ਬੱਚਾ ਜਿਹਨੂੰ ਅਸੀਂ ਬਚਾ ਸਕਦੇ ਹਾਂ ਇੱਕ ਕੌਮੀ ਤੌਰ ਤੇ ਇੱਕ ਹਮਲਾ ਮਾਰ ਕੇ ਜੀ, ਉਹ ਉਹਨਾਂ ਦੇ ਇੱਕ ਸਿੱਖ ਪਰਿਵਾਰਾਂ ਦੇ, ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚੇ ਨੇ ਜਿਹੜੇ ਸਕੂਲ ਨਹੀਂ ਜਾ ਸਕਦੇ, ਚੰਗੀ ਵਿੱਦਿਆ ਨਹੀਂ ਲੈ ਸਕਦੇ। ਸਿਰਫ ਇੱਕੋ ਕਾਰਨ ਹੈ ਕਿ ਉਹਨਾਂ ਦੀ ਇਨਕਮ ਇੰਨੀ ਘੱਟ ਹੈ, ਉਹਨਾਂ ਦੀ ਪੰਜਾਬ ਦੇ ਵਿੱਚ ਤੁਸੀਂ ਲੈਂਡ ਹੋਲਡਿੰਗ 2 ਏਕੜ ਤੋਂ ਥੱਲੇ ਹੈ, ਉਹਨਾਂ ਦੀ ਜਿਹੜੀ ਸਾਲ ਦੀ ਇਨਕਮ ਆ ਉਹ 1.25 ਲੱਖ ਰੁਪਏ ਤੋਂ ਥੱਲੇ ਆ, ਤੇ ਉਹ ਫੀਸ ਅਫੋਰਡ ਹੀ ਨਹੀਂ ਕਰ ਸਕਦੇ। ਸੋ ਬੱਚਾ ਸਕੂਲ ਨਹੀਂ ਜਾਏਗਾ ਤੇ ਉਹਦੀ ਜ਼ਿੰਦਗੀ ਤੇ ਬਰਬਾਦ ਹੀ ਹੈ ਜੀ। ਉਸ ਉਪਰਾਲਾ ਜਦੋਂ ਵੀ ਇਹ ਪਰਿਵਾਰਾਂ ਨਾਲ ਸ਼ੁਰੂ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਸਾਡੇ ਸਿੱਖ ਪਰਿਵਾਰ ਸਾਡੇ ਹੋਰ ਕੰਟਰੀ ਦੇ ਵਿੱਚ, ਅਫਰੀਕਾ ਦੇ ਵਿੱਚ ਜਾਂ ਹੋਰ ਕੰਟਰੀਜ਼ ਦੇ, ਪੂਅਰ ਕੰਟਰੀ ਦੇ ਵਿੱਚ ਉਹ ਬੱਚੇ, ਕਿਉਂਕਿ ਜਿਹੜੀ ਵੀ ਚੈਰਿਟੀ ਉਹਨਾਂ ਕੋਲ ਆ ਜਾਏਗੀ, ਸਿੱਖ ਦਾ ਤਾਂ ਧਰਮ ਹੈ ਕਿ ਸਿੱਖ ਕਦੀ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਕਰਦਾ ਕਿ ਜੇ ਕੋਈ ਗੈਰ ਸਿੱਖ ਬੱਚਾ ਹੈ ਤੇ ਮੈਂ ਉਹਨੂੰ ਸਪਾਂਸਰ ਨਹੀਂ ਕਰਨਾ, ਨਾ ਹੀ ਅਸੀਂ, ਨਾ ਸਾਡੇ ਸਕੂਲਾਂ 'ਚ ਇਹ ਵਿਤਕਰਾ ਹੈ ਕਿ ਕੋਈ ਧਰਮ ਦਾ ਬੱਚਾ ਆਉਂਦਾ ਸਾਰਿਆਂ ਨੂੰ ਬਰਾਬਰ ਟਰੀਟ ਕੀਤਾ ਜਾਂਦਾ ਜੀ। ਸੋ ਬੱਚੇ ਉਹ ਬੜੇ ਸਿੱਖ ਪਰਿਵਾਰ ਬੜੇ ਹੈਰਾਨ ਹੋਏ ਕਿ ਸਾਨੂੰ ਤੇ ਪਤਾ ਨਹੀਂ ਸੀ ਕਿ ਸਿੱਖ ਪਰਿਵਾਰਾਂ ਦੇ ਬੱਚੇ ਵੀ ਇਸ ਤਰ੍ਹਾਂ ਹੈਗੇ ਨੇ ਵੀ ਜਿਹੜੇ ਸਕੂਲ ਨਹੀਂ ਜਾ ਸਕਦੇ ਜੀ। ਫਿਰ ਉਹਨੀ ਸਾਰਿਆਂ ਨੇ ਜਿੱਥੇ ਵੀ ਸਪਾਂਸਰ ਕਰ ਰਹੇ ਸੀ ਉਸ ਨੂੰ ਕਿਹਾ ਵੀ ਉਹ ਇਹ ਨਾ ਹੋਵੇ ਕਿ ਤੁਸੀਂ ਉਧਰੋਂ ਬੰਦ ਕਰਕੇ ਸਾਡਾ ਕਰੋ। ਉਸ ਤਰ੍ਹਾਂ ਦੇ ਨਾਲ ਹੀ ਉਹਨੇ ਸਾਡੇ ਮਤਲਬ ਇਸ ਤਰ੍ਹਾਂ ਦੇ UK 'ਚ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਹੜੇ 20 ਬੱਚਿਆਂ ਦੀ ਸਪਾਂਸਰਸ਼ਿਪ ਨਹੀਂ ਲਈ ਹੈ ਜੀ। ਬਿਲਕੁਲ ਜੀ ਬਿਲਕੁਲ। ਤੇ ਹੋਰ ਇੱਕ ਪਰਿਵਾਰ ਨੇ ਉੱਪਲ ਸਾਹਿਬ, ਉਹਨੇ 35 ਬੱਚਿਆਂ ਦੀ
ਸਪਾਂਸਰਸ਼ਿਪ ਕੀਤੀ ਹੈ ਨਾ। ਜੀ ਤੋ ਇਹ ਇੱਕ ਅਵੇਅਰਨੈਸ ਜਿਹੜੀ ਰੇਜ਼ ਕਰਨ ਵਾਲੀ ਹੈ, ਵਰਲਡ ਵਾਈਡ ਹੈ, ਜਿਹੜੀ ਵੋਕ ਹੈ, ਕਿਉਂਕਿ ਇੱਕ ਤਾਂ ਸਮਾਂ ਇਸ ਤਰ੍ਹਾਂ ਦਾ ਕਿ ਘਰਾਂ ਦੇ ਵਿੱਚ ਸਾਰੇ ਬੈਠੇ ਆ ਜੀ ਚਲੋ, ਆਪਾਂ ਤਾਂ ਬਿਜ਼ੀ ਆ, ਘਰੋਂ ਕੰਮ ਕਰ ਰਹੇ ਆ, ਤੇ ਕੁਝ ਲੋਕ ਜਿਹੜੇ ਫਰਲੋ ਤੇ ਨੇ ਉਹ ਤੇ ਬੈਠੇ ਨੇ ਪੇ ਸਾਰਾ ਜੀ ਕਰਨਾ ਕੀ ਹੈ ਜੀ ਬਿਲਕੁਲ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਸੋਚ ਹੈ ਕਿ ਇਹ ਜਿਹੜਾ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਜੀ ਇਹ ਜਿਹੜਾ ਨਾਰਾ ਜੋ ਇਹ ਗਿਆਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ, ਇਹ ਬਹੁਤ ਹੀ ਵਡਮੁੱਲਾ ਗਿਆਨ ਹੈ। ਇਹਨੂੰ ਪਗਾਉਣ ਦੀ ਜ਼ਰੂਰਤ ਹੈ, ਇਹਨੂੰ ਕਮਾਉਣ ਦੀ ਜ਼ਰੂਰਤ ਹੈ, ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਉਣ ਦੀ ਜ਼ਰੂਰਤ ਹੈ ਜੀ ਬਿਲਕੁਲ। ਜੇ ਤੁਸੀਂ ਰਫਲੀ ਦੇਖੋ, ਡਾਕਟਰਾਂ ਦੀ ਰეკਮੈਂਡੇਸ਼ਨ ਤਾਂ ਹੈ ਕਿ ਐਵਰੀ ਡੇ ਤੁਹਾਡੀ ਜਿਹੜੀ ਟੋਟਲ ਐਕਸਰਸਾਈਜ਼ ਉਹਦੇ ਬਰਾਬਰ ਹੋਣੀ ਚਾਹੀਦੀ ਕਿ 5 ਕਿਲੋਮੀਟਰ ਤੁਹਾਡੇ ਵੋਕ ਹੋ ਜਾਣ, 7-8 ਸਟੈਪ ਤੁਹਾਡੇ ਜੀ, ਲਾਈਫ ਐਕਟਿਵ ਰਹਿੰਦੀ ਹੈ, ਹੈਲਥੀ ਰਹਿੰਦੀ ਹੈ। ਜੀ 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 8000 ਦੇ ਨਾਲ ਤੁਹਾਡਾ ਜਦੋਂ 8000 ਵਾਰ ਤੁਸੀਂ ਵਾਹਿਗੁਰੂ ਕਹੋਗੇ, ਜੀ ਤੁਹਾਡਾ ਧਿਆਨ, ਤੁਹਾਡਾ ਫੋਕਸ, ਤੁਹਾਡਾ ਪਿਆਰ ਵਧੇਗਾ ਗੁਰੂ ਨਾਨਕ ਦੇਵ ਜੀ ਦੇ ਨਾਲ, ਗੁਰਬਾਣੀ ਦੇ ਨਾਲ ਪਿਆਰ ਵਧੇਗਾ, ਜੀ ਤੁਹਾਡੀ ਸੋਚ ਹੀ ਬਿਲਕੁਲ ਬਦਲਣੇ ਵਾਲਾ ਕੰਮ ਹੈ। ਤੇ ਬਾਕੀ ਇਹਦੇ ਪਿੱਛੇ ਜਿਹੜਾ ਅਸੀਂ ਆਰਗੇਨਾਈਜੇਸ਼ਨ ਨੂੰ ਸਪੋਰਟ ਕਰ ਰਹੇ ਹਾਂ, ਕਲਗੀਧਰ ਟਰਸਟ, ਉਹ ਇੱਕ ਇਸ ਵੇਲੇ ਤਾਂ ਮੈਂ ਕਹਿੰਦਾ ਦੁਨੀਆ ਭਰ ਦੁਨੀਆ ਭਰ ਦੇ ਵਿੱਚ ਇੱਕੋ ਇੱਕ ਐਸੀ ਆਰਗੇਨਾਈਜੇਸ਼ਨ ਹੈ, ਖਾਸ ਕਰਕੇ ਸਿੱਖਾਂ ਦੇ ਵਿੱਚ, ਜੀ ਜਿਨ੍ਹਾਂ ਨੇ ਆਪਣੇ ਸਕੂਲਾਂ ਦੇ ਵਿੱਚ ਬੱਚਿਆਂ ਲਈ ਇਹ ਕੰਪਲਸਰੀ ਕੀਤਾ ਹੋਇਆ ਹੈ ਕਿ ਬਾਕੀ ਤੁਹਾਡਾ ਸਿਲੇਬਸ ਪੂਰਾ ਹੋਵੇ ਜਾਂ ਨਾ ਹੋਵੇ, ਜਿਹੜਾ ਕੁਰਿਕੂਲਮ ਉਹਦੇ 'ਚ ਕਮੀ ਰਹਿ ਜਾਏ ਜਾਂ ਕੋਈ ਤੁਹਾਡੀ ਸਿਹਤ ਕਰਕੇ ਕਿਸੇ ਤਰ੍ਹਾਂ ਵੀ ਕੁਝ ਮਿਸ ਹੋ ਜਾਏ, ਪਰ ਕੋਸ਼ਿਸ਼ ਇਹ ਕਰਨੀ ਹੈ ਕਿ ਅਸੀਂ ਆਪਣਾ ਜਿਹੜਾ ਨਿਤਨੇਮ ਆ ਨਾ ਉਹ ਕਰਨਾ। ਜੀ ਦੂਸਰਾ ਇਹ ਕਿ ਜਿਹੜਾ ਸਾਡਾ ਸਿੱਖੀ ਸਰੂਪ ਆ, ਜੀ ਸਿੰਬਲ ਆਫ ਲਾਇਲਟੀ ਫॉर ਆਵਰ ਗੁਰੂਸ, ਜੀ ਗ੍ਰੰਥ ਸਾਹਿਬ ਜੀ ਇੱਕ ਐਸੀ, ਇਹਨੂੰ ਜਿਸ ਤਰ੍ਹਾਂ ਸਮਝ ਲਓ ਕਿ ਇੱਕ ਸੋਲੀਡੈਰਿਟੀ ਸ਼ੋਅ ਕਰਨ ਵਾਸਤੇ ਜੀ ਇਹ ਸਿੱਖੀ ਸਰੂਪ ਤੇ ਕੰਪਰੋਮਾਈਜ਼ ਨਹੀਂ ਕਰਨਾ। ਜੀ ਤੋ ਇਹ ਦੋ ਚੀਜ਼ਾਂ ਤੇ ਜਿਹੜਾ ਪਹਿਰਾ ਦਿੱਤਾ, ਇਹਦੇ ਨਾਲ ਅਸੀਂ ਦੇਖ ਰਹੇ ਹਾਂ ਕਿਸ ਤਰ੍ਹਾਂ ਜਿੱਥੇ ਵੀ ਅਕੈਡਮੀ ਖੁੱਲ ਜਾਂਦੀ ਹੈ ਉਹਦੇ ਆਲੇ ਦੁਆਲੇ 50-50 ਕਿਲੋਮੀਟਰ ਤੱਕ ਇੱਕ ਜਿੱਦਾਂ ਸਿੱਖੀ ਦਾ ਸੁੱਕਦਾ ਹੋਇਆ ਬੂਟਾ ਹਰਾ ਹੋਣ ਲੱਗ ਪੈਂਦਾ। ਜੀ 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 ਤੇ ਸਾਨੂੰ ਅਸੀਂ ਤਾਂ ਇਹਦਾ ਆਪ ਤਜਰਬਾ ਹੋਇਆ ਕਿ ਜਦੋਂ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਅਕੈਡਮੀ ਆਪਣੇ ਪਿੰਡ ਬਾਬਾ ਜੀ ਬਹੁਤ ਸਾਡੇ ਤੇ ਕਿਰਪਾ ਕੀਤੀ, ਉੱਥੇ ਉਹ ਅਕੈਡਮੀ ਖੁੱਲੀ ਜੀ। ਸਾਡਾ ਇਲਾਕਾ ਤਾਂ ਮੰਨਿਆ ਹੋਇਆ ਨਸ਼ਾਈ ਲੋਕ ਸੀਗੇ ਉੱਥੇ, ਹਨਾ। ਅੱਛਾ ਜੀ। ਜਦ ਹੁਣ ਮੈਂ ਜਾ ਕੇ ਆਪਣਾ ਬਚਪਨ ਦੇਖਦਾ, ਸਾਡੀ ਸਕੂਲਿੰਗ ਦੇਖਦੀ, ਤਾਂ ਮੈਂ ਉਹ ਅਕੈਡਮੀ ਦਾ ਬੱਚਿਆਂ ਨੂੰ ਦੇਖਦਾ, ਜ਼ਮੀਨ ਅਸਮਾਨ ਦਾ ਫਰਕ ਹੈ। ਜੀ 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 ਤੁਹਾਡੇ ਮਨ 'ਚ ਜਿਹੜੀ ਗੱਲ ਸੈਟਿਸਫੈਕਸ਼ਨ ਦੀ ਹੈ ਕਿ ਤੁਸੀਂ ਇਹ ਵੋਕ ਦੇ ਵਿੱਚ ਪਾਰਟਿਸਿਪੇਟ ਕਰਕੇ ਨਾ ਇੱਕ ਤਰ੍ਹਾਂ ਦੀ ਸੈਟਿਸਫੈਕਸ਼ਨ ਮਹਿਸੂਸ ਕਰੋਗੇ, ਇਹ ਸਾਡੀ ਇਨਵੈਸਟਮੈਂਟ ਹੈ ਜੀ, ਕਿ ਇੱਕ ਇਸ ਤਰ੍ਹਾਂ ਦੀ ਸੈਟਿਸਫੈਕਸ਼ਨ ਮਹਿਸੂਸ ਕਰੋਗੇ ਕਿ ਜਿਹੜਾ ਰਹਿੰਦੀ ਲਾਈਫ ਤੱਕ ਤੁਹਾਨੂੰ ਇੱਕ ਹੈਪੀਨੈਸ ਇਹ ਦਿੰਦੀ ਰਹੇਗੀ। ਜੀ ਬਿਲਕੁਲ। ਖਾਸ ਕਰਕੇ ਇਹਨੂੰ ਜੇ ਤੁਸੀਂ ਆਪ ਸੀਰੀਅਸਲੀ ਇਹਦੇ 'ਚ ਇਨਵੋਲਵ ਹੋ ਕੇ ਇਹਨੂੰ ਮੰਨ ਕੇ ਇਸ ਚੀਜ਼ ਤੇ ਪਹਿਰਾ ਦਿੰਦੇ ਹੋ, ਤੇ ਐਂਡ ਤੇ ਘੱਟੋ ਘੱਟ ਇੱਕ ਬੱਚੇ ਦੀ ਤੁਸੀਂ ਸਪਾਂਸਰਸ਼ਿਪ ਹੀ ਲੈ ਲਓ, ਜਾਂ ਕੁਝ ਵੀ ਤੁਸੀਂ ਇਸ ਮਿਸ਼ਨ ਦੇ ਵਿੱਚ ਡੋਨੇਸ਼ਨ ਪਾਉਂਦੇ ਹੋ, ਜਾਂ ਫੰਡ ਰੇਜ਼ਰ ਬਣਦੇ ਹੋ, ਜਾਂ ਵਨ ਆਫ ਡੋਨੇਸ਼ਨ ਕਰਦੇ ਹੋ, ਜਾਂ ਜਿੱਦਾਂ ਹੁਣ ਅਸੀਂ ਪਾਰਟਿਸਿਪੇਟ ਕਰ ਰਹੇ ਹਾਂ, ਅਸੀਂ ਆਪਣੇ ਲਿੰਕ ਸਾਰਿਆਂ ਨੂੰ ਭੇਜ ਰਹੇ ਹਾਂ, ਉਹਦੇ 'ਚ ਤੁਸੀਂ ਸਾਨੂੰ ਸਪਾਂਸਰ ਕਰਦੇ ਹੋ ਜੀ। ਸੋ ਉਹ ਜਿਹੜੀ ਸੈਟਿਸਫੈਕਸ਼ਨ ਹੈ ਨਾ, ਅਸੀਂ ਸੰਗਤਾਂ ਨੂੰ ਅਪਡੇਟ ਤਾਂ ਦਿੰਦੇ ਰਹਿੰਦੇ, ਹਰ ਵੀਕ ਇਸ ਸੰਗਤ ਟੀਵੀ ਤੋਂ ਅਪਡੇਟ ਦੇਵਾਂਗੇ ਜੀ, ਪਰ ਉਹ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਕੋਲ ਇਸ ਤਰ੍ਹਾਂ ਦੀ ਸੈਟਿਸਫੈਕਸ਼ਨ ਕਿ ਤੁਹਾਨੂੰ ਉਹ ਇੱਕ ਜ਼ਿੰਦਗੀ ਭਰ ਇੱਕ ਖੁਸ਼ੀ ਦਾ ਅਹਿਸਾਸ ਹੁੰਦਾ ਰਹੇ ਉਹਦੇ ਨਾਲ। ਜੀ 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 ਹਾਂਜੀ ਬਿਲਕੁਲ ਜੀ, ਬਿਲਕੁਲ ਸਹੀ ਗੱਲ ਜੀ। ਤੁਸੀਂ ਕਿਹਾ ਕਿ ਜਿਸ ਤਰ੍ਹਾਂ ਪਨੀਰੀ ਹੈ, ਬੱਚੇ ਹੈ, ਹੁਣ ਤੁਹਾਡਾ ਏਰੀਆ ਜਿਹੜਾ ਬੈਟਰ ਹੋ ਗਿਆ, ਤੁਸੀਂ ਉਹ ਖੁਦ ਜਾ ਕੇ ਆਪਣੇ ਅੱਖਾਂ ਨਾਲ ਉਹ ਫਰਕ ਦੇਖਿਆ, ਆਪਣੇ ਬਚਪਨ ਨੂੰ ਕੰਪੇਅਰ ਕੀਤਾ, ਹਨਾ ਜੀ। ਗੱਲ ਇਹ ਵੀ ਜਦੋਂ ਵੀ ਕਹਿ ਲਓ ਕਿਸਾਨ ਵੀ ਕੋਈ ਜਦੋਂ ਫਸਲ ਦੇ ਵੱਲ ਦੇਖਦਾ ਹੈ ਕਿ ਮੇਰੀ ਫਸਲ ਵਧੀਆ ਹੋਵੇ, ਸੋ ਫਸਲ ਵਧੀਆ ਤੋਂ ਪਹਿਲਾਂ ਉਹਦੇ ਦਿਮਾਗ 'ਚ ਹੁੰਦਾ ਯਾਰ ਬੀ ਵਧੀਆ ਚਾਹੀਦਾ, ਕਿ ਮੈਨੂੰ ਪਨੀਰੀ ਕਹਿ ਲਓ ਵੀ ਵਧੀਆ ਚਾਹੀਦੀ ਹੈ। ਫਿਰ ਉਹ ਪਨੀਰੀ ਲੈਣ ਦੇ ਲਈ ਕਹਿ ਲਓ ਵੀ ਆਪਣੀ ਇੱਕ ਰਿਸਰਚ ਕਰਦਾ ਕਿ ਕਿੱਥੋਂ ਵਧੀਆ ਪਨੀਰੀ ਮਿਲਦੀ ਹੈ, ਹਨਾ ਜੀ। ਤੁਸੀਂ ਉਹ ਖੁਦ ਇੱਕ ਉਹ ਫਸਲ ਵਾਲਾ ਪੂਰਾ ਜਿਹੜਾ ਕਹਿ ਲਓ ਇਹ ਸਰਕਲ ਦੇਖਿਆ, ਹਨਾ, ਆਪਣੇ ਬਚਪਨ ਨੂੰ ਕੰਪੇਅਰ ਕੀਤਾ। ਤੁਸੀਂ ਇਹ ਵੀ ਸੰਗਤਾਂ ਨੂੰ ਕਹਿ ਰਹੇ ਹੋ ਕਿ ਚਲੋ ਜਦੋਂ ਤੁਸੀਂ ਵਾਕ ਕਰਨੀ ਹੈ ਨਾਲ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰੇ। ਟਵਾਲ ਜੀ, ਤੁਸੀਂ ਖੁਦ ਵੀ ਦੇਖਿਆ ਹੋਣਾ, ਜਿਹੜੇ ਲੋਕ ਵਾਕ ਕਰਦੇ ਆ ਉਹਨਾਂ ਨੇ ਵੀ ਇਹ ਚੀਜ਼ ਮਹਿਸੂਸ ਕੀਤੀ ਹੋਣੀ ਹੈ ਕਿ ਵਾਕ ਕਰਨ ਬੰਦਾ ਜਦੋਂ ਸ਼ਾਮ ਨੂੰ ਜਾਏ ਜਾਂ ਸਵੇਰੇ ਜਾਏ, ਉਦੋਂ ਬੰਦੇ ਦਾ ਜੋ ਐਟੀਟਿਊਡ ਹੈ ਇੰਨਾ ਪੋਜ਼ਿਟਿਵ ਹੋ ਜਾਂਦਾ, ਮੂਡ ਇੰਨਾ ਲਾਈਟ ਹੋ ਜਾਂਦਾ, ਕੋਈ ਦਿਮਾਗ ਦੇ ਵਿੱਚ ਗੱਲਾਂ ਨੇ ਜਾਂ ਸਟ੍ਰੈਸ ਹੈ ਜਾਂ ਕਿਸ ਤਰ੍ਹਾਂ, ਉਹ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਲੱਗਦਾ ਹੈ ਕਿ ਨੇਚਰ ਜੋ ਹੈ ਉਹ ਨੇਚਰ ਕਹਿ ਲਓ ਵੀ ਇੱਕ ਤਰ੍ਹਾਂ ਨਾਲ ਜੈਸੇ ਜਿੱਦਾਂ ਤੁਹਾਨੂੰ ਹੌਲੀ ਹੌਲੀ ਹੀਲ ਕਰਦੀ ਹੈ, ਤੁਹਾਨੂੰ ਜਵਾਬ ਦਿੰਦੀ ਹੈ, ਤੇ ਤੁਸੀਂ ਆਈ ਥਿੰਕ ਇੱਕ ਲਾਈਟ ਫੀਲ ਕਰਦੇ ਹੋ ਬੋਡੀ ਵਾਈਜ਼ ਤੇ ਤੁਸੀਂ ਮੈਂਟਲ ਵਾਈਜ਼। ਹਾਂਜੀ। ਤੇ ਜਿਸ ਤਰ੍ਹਾਂ ਅਸੀਂ ਬੱਚਿਆਂ ਦੀ ਗੱਲ ਕਰ ਰਹੇ ਹਾਂ ਜੀ, ਬੱਚੇ ਹੁਣ ਪਨੀਰੀ ਵੀ ਹੈ ਤੇ ਹਰੇਕ ਕੋਈ ਵੀ ਕੰਟਰੀ ਹੈ ਉਹਦਾ ਭਵਿੱਖ ਵੀ ਬੱਚੇ ਹੀ ਹੈ, ਫਿਊਚਰ ਜਿਹੜਾ ਉਹ ਬੱਚੇ ਹੀ ਹੈ। ਹੁਣ ਕੋਈ ਵੀ ਕੰਟਰੀ ਅੱਜ ਦੀ ਸਿਚੁਏਸ਼ਨ ਦੇ ਵਿੱਚ
ਅੱਜ ਦੀ ਡੇਟ ਦੇ ਵਿੱਚ ਕੋਈ ਕੰਟਰੀ ਜਿਹੜੀ ਹੈਗੀ ਹੈ ਉਹ ਡਿਵੈਲਪਿੰਗ ਹੋ ਸਕਦੀ ਹੈ ਜਾਂ ਕੋਈ ਕੰਟਰੀ ਡਿਵੈਲਪਡ ਹੋ ਸਕਦੀ ਹੈ, ਬਟ ਸਾਰੀਆਂ ਦਾ ਹੀ ਫਿਊਚਰ ਉਹਨਾਂ ਦੀ ਅੱਜ ਦੀ ਯੰਗਰ ਜਨਰੇਸ਼ਨ ਤੇ ਬੱਚਿਆਂ ਤੇ ਖੜਾ ਕਿ ਕੱਲ ਨੂੰ ਉਹ ਕੀ ਹੋਣਗੇ, ਹਾਂਜੀ ਹਨਾ ਜੀ। ਸੋ ਕਹਿਣ ਦਾ ਮਤਲਬ ਜਿਹੜੀਆਂ ਕੰਟਰੀਆਂ ਇਸ ਚੀਜ਼ ਨੂੰ ਸੀਰੀਅਸਲੀ ਲੈਂਦੀਆਂ ਆ, ਉੱਥੇ ਉਹਨਾਂ ਨੇ ਬੱਚਿਆਂ ਦਾ ਐਜੂਕੇਸ਼ਨ ਸਿਸਟਮ ਵੀ ਉਹਨਾਂ ਰੱਖਿਆ ਹੋਇਆ ਕਿ ਉਹਨਾਂ ਨੂੰ ਚੰਗੀ ਐਜੂਕੇਸ਼ਨ ਮਿਲੇ, ਉਹਨਾਂ ਦਾ ਲੈਵਲ ਚੰਗਾ ਹੋਏ। ਬਾਹਰਲੀਆਂ ਕੰਟਰੀਆਂ ਦਾ ਐਜੂਕੇਸ਼ਨ ਉਹਨਾਂ ਨੇ ਵੈਸੇ ਵੀ ਵਧੀਆ ਐਜੂਕੇਸ਼ਨ ਜੋ ਹੈ ਫ੍ਰੀ ਰੱਖੀ ਹੋਈ ਹੈ। ਜਿਸ ਤਰ੍ਹਾਂ ਹੁਣ ਇੰਡੀਆ ਜਾਂ ਹੋਰ ਕੰਟਰੀਜ਼ ਹੈਗੀਆਂ, ਉਹਨਾਂ ਨੂੰ ਵੀ ਇਸ ਚੀਜ਼ ਤੇ ਧਿਆਨ ਦੇਣਾ ਪੈਣਾ ਹੈ ਕਿ ਜੇ ਕੱਲ੍ਹ ਨੂੰ ਅਸੀਂ ਡਿਵੈਲਪਿੰਗ ਕੰਟਰੀ ਦੀ ਕੈਟੇਗਰੀ ਚੋਂ ਨਿਕਲ ਕੇ ਡਿਵੈਲਪਡ ਕੰਟਰੀ ਦੇ ਵਿੱਚ ਆਉਣਾ ਹੈ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਉੱਥੇ ਵਧੀਆ ਐਜੂਕੇਸ਼ਨ ਦੇਣੀ, ਉਹ ਕਹਿ ਲਓ ਉਹਨੂੰ ਸਪੋਰਟ ਕਰਨੀ, ਉਹਨਾਂ ਦੇ ਫਿਊਚਰ ਬਾਰੇ ਸੋਚਣ ਦੀ ਬਹੁਤ ਜ਼ਰੂਰਤ ਹੈ। ਕੀ ਕਹਿਣਾ ਚਾਹੋਗੇ ਜੀ? ਦੇਖੋ, ਸਾਡੀ ਜਿਹੜੀ ਪ੍ਰਾਇੋਰਟੀ ਇਸ ਵੇਲੇ ਸਿੱਖ ਕੌਮ ਦੀ ਪ੍ਰਾਇੋਰਟੀ ਤੇ ਹੋਈ ਹੈ ਕਿ ਸਾਡੇ ਜਿਹੜੀ ਬੱਚੇ ਹੈਗੇ ਨੇ, ਖਾਸ ਕਰਕੇ ਮੈਂ 3 ਤੋਂ 5 ਸਾਲ ਦੀ ਉਮਰ ਦੇ ਕਿਹਾ ਜੀ ਜੇ ਪੂਰੀ ਕਮਿਊਨਿਟੀ ਦੀ, ਪੂਰੀ ਕੌਮ ਦੀ ਇਸ ਵੇਲੇ ਪੂਰਾ ਇਹਦੇ ਤੇ ਜ਼ੋਰ ਹੋਣਾ ਚਾਹੀਦਾ ਕਿ ਸਾਡਾ ਜਿਹੜਾ 3 ਤੋਂ 5 ਸਾਲ ਦਾ ਬੱਚਾ ਸਕੂਲ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ। ਜੀ ਮੈਂ ਖਾਸ ਕਰਕੇ ਉਹਨਾਂ ਪਰਿਵਾਰਾਂ ਦੀ ਗੱਲ ਕਰ ਰਿਹਾ ਜਿਹੜੇ ਬਿਲੋ ਪਾਵਰਟੀ ਲਾਈਨ ਹੈ, ਅੰਮ੍ਰਿਤਧਾਰੀ। ਜੀ ਸੋ ਅਸੀਂ ਇਹ ਪ੍ਰੋਗਰਾਮ ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ, ਸੰਗਤ ਟੀਵੀ ਤੇ ਸੰਗਤਾਂ ਨੂੰ ਅਪੀਲਾਂ ਕਰ ਰਹੇ ਹਾਂ, ਪਰ ਤੁਸੀਂ ਬੜੇ ਹੈਰਾਨ ਹੋਗੇ ਕਿ ਪੂਰੇ ਯੂਕੇ ਦੇ ਵਿੱਚੋਂ ਇਸ ਵੇਲੇ ਸਿਰਫ ਇੱਕ ਗੁਰੂ ਘਰ, ਉਹ ਵੀ ਹੰਸਲੋ ਐਲਿਸਵੇ, ਜੀ ਜਿਨ੍ਹਾਂ ਨੇ ਇਸ ਚੀਜ਼ ਨੂੰ ਸੀਰੀਅਸਲੀ ਲਿਆ, ਕਿਉਂਕਿ ਉਹਨਾਂ ਦੀ ਕਮੇਟੀ ਦੇ ਕੁਝ ਖਾਸ ਮੈਂਬਰ ਸਾਡੇ ਨਾਲ ਇਸ ਪ੍ਰੋਜੈਕਟ ਦੇ ਵਿੱਚ ਇਨਵੋਲਵਡ ਸੀਗੇ। ਜੀ ਸੋ ਉਹਨਾਂ ਨੇ 10 ਬੱਚੇ ਸਪਾਂਸਰ ਕੀਤੇ। ਕਿਸੇ ਇੱਕ ਗੁਰੂ ਘਰ ਵਾਸਤੇ 10 ਬੱਚੇ ਸਪਾਂਸਰ ਕਰਨਾ ਕੋਈ ਵੱਡੀ ਗੱਲ ਨਹੀਂ। ਉਹਨਾਂ ਦਾ ਜੀ ਬਿਲਕੁਲ 30 ਪਾਉਂਡ ਪਰ ਹੈਡ ਪਰ ਮੰਥ, ਸੋ 3000 ਪਾਉਂਡ ਉਹਨਾਂ ਦਾ ਬਣਦਾ ਸਾਲ ਦਾ, ਹਨਾ ਜੀ। ਸੋ 3000 ਤੋਂ ਮੈਂ ਕਹਿੰਦਾ ਇੱਥੇ ਕੋਈ ਵੀ ਗੁਰੂ ਘਰ ਇਸ ਤਰ੍ਹਾਂ ਦੇ ਨਹੀਂ ਜਿਹਦਾ ਦਾ ਮੰਥਲੀ ਸਰਪਲਸ 5 ਤੋਂ 10,000 ਹੈ। ਸੋ ਸਾਲ 3000 ਕੱਢਣੇ ਕੋਈ ਵੱਡੀ ਗੱਲ ਨਹੀਂ ਜੀ। ਸੋ ਉੱਥੇ ਅਵੇਅਰਨੈਸ ਦੀ ਗੱਲ ਆ ਜਾਂਦੀ ਹੈ ਕਿ ਜਿਹੜੀ ਅਸੀਂ ਅਗਿਆਨਤਾ ਦੇ ਹਨੇਰੇ ਦੇ ਵਿੱਚ ਪੂਰੀ ਕੌਮ ਇਸ ਵੇਲੇ ਸੜ ਰਹੀ ਹੈ। ਜੀ ਦੂਸਰਾ ਇਨੀਸ਼ੀਏਟਿਵ ਇਹ ਸੀਗਾ ਕਿ ਸਾਡਾ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਉਹਨਾਂ ਦਾ ਸਭ ਤੋਂ ਨੰਬਰ 1 ਪ੍ਰਾਇੋਰਟੀ ਹੋਣੀ ਚਾਹੀਦੀ ਹੈ। SGPC ਕੋਲ ਐਡਾ ਬੜਾ ਬਜਟ ਹੈ, ਹੋਰ ਕਿੰਨੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ, ਤੇ ਭਾਈ ਸਾਡਾ ਬੱਚਾ, ਸਾਰਿਆਂ ਨੂੰ ਪਤਾ ਕਿ ਜੋ ਗਵਰਨਮੈਂਟ ਸਕੂਲਾਂ ਦੀ ਐਜੂਕੇਸ਼ਨ ਹੈ ਪੰਜਾਬ ਦੇ ਵਿੱਚ ਉਹ ਬਿਲਕੁਲ ਜ਼ੀਰੋ ਹੈ ਜੀ। ਤੇ ਸਾਰਿਆਂ ਨੂੰ ਪਤਾ ਹੈ ਕਿ ਕਲਗੀਧਰ ਟਰੱਸਟ ਇਹਨਾਂ ਦੇ ਮੋਸਟਲੀ ਡਿਸਟ੍ਰਿਕਟ ਟੌਪਰਸ ਇਹਨਾਂ ਦੀ ਅਕੈਡਮੀ ਦੇ ਵਿੱਚੋਂ ਆ ਰਹੇ ਨੇ ਜੀ। ਇੰਗਲਿਸ਼ ਮੀਡੀਅਮ ਹੈ, ਇੰਟਰਨੈਸ਼ਨਲ ਸਟੈਂਡਰਡ ਦੀ ਇਹਨਾਂ ਦੀ ਹੈ, ਐਜੂਕੇਸ਼ਨ ਹੈ, ਤੇ ਸਪਿਰਿਚੁਅਲ ਧਾਰਮਿਕ ਐਜੂਕੇਸ਼ਨ ਵੀ ਨੰਬਰ 1 ਅੱਵਲ ਦਰਜੇ ਦੀ ਹੈ। ਸੋ ਸਾਡੀ ਸਾਰਿਆਂ ਤੋਂ ਪਹਿਲਾਂ ਨੰਬਰ 1 ਪ੍ਰਾਇੋਰਟੀ ਹੋ ਜਾਂਦੀ ਕਿ ਸਾਡੇ ਆਲੇ ਦੁਆਲੇ ਰਿਸ਼ਤੇਦਾਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਕੋਈ ਵੀ ਬੱਚਾ ਜੇ ਫੀਸ ਦੁੱਖੋਂ ਸਕੂਲੀ ਨਹੀਂ ਜਾ ਰਿਹਾ, ਕਿਉਂਕਿ ਬਾਬਾ ਇਕਬਾਲ ਸਿੰਘ ਜੀ ਜੋ ਪ੍ਰੈਜ਼ੀਡੈਂਟ ਨੇ ਕਲਗੀਧਰ ਟਰੱਸਟ ਦੇ, ਸ਼੍ਰੋਮਣੀ ਪੰਥ ਰਤਨ ਦਾ ਅਵਾਰਡ ਉਹਨਾਂ ਨੂੰ ਮਿਲਿਆ ਹੋਇਆ ਹੈ, ਉਹਨੇ ਆਪਣੀ ਪੂਰੀ ਲਾਈਫ ਇਸ ਪਾਸੇ ਲਾ ਦਿੱਤੀ ਕਿ 130 ਅਕੈਡਮੀਆਂ ਇਸ ਤਰ੍ਹਾਂ ਦੀਆਂ ਬਣਾ ਦਿੱਤੀਆਂ ਜਿਹੜੀ 6,500 ਪਿੰਡ ਨੂੰ ਇਸ ਵੇਲੇ ਕਵਰ ਕਰ ਰਹੇ ਨੇ ਜੀ। ਟਾਰਗੇਟ ਹੈ ਕਿ ਪੂਰੇ ਪੰਜਾਬ ਨੂੰ ਸੈਚੂਰੇਟ ਕਰ ਦਿੱਤਾ ਜਾਵੇ 500 ਇਸ ਤਰ੍ਹਾਂ ਦੀ ਅਕੈਡਮੀ ਦੇ ਵਿੱਚ। ਪੂਰੀ ਸਾਡੀ ਧਾਰਮਿਕ ਅਵੇਅਰਨੈਸ, ਜਿਹੜਾ ਕਿਉਂਕਿ ਬਚਪਨ ਦੇ ਵਿੱਚ ਜੋ ਸਿੱਖੀ ਦੇ ਨਾਲ ਜੁੜ ਗਿਆ ਉਹਨੂੰ ਕੋਈ ਤੋੜ ਨਹੀਂ ਸਕਦਾ। ਬਾਅਦ ਦੇ ਵਿੱਚ ਕੋਈ ਨਸ਼ਾ ਨਹੀਂ ਉਹਨੂੰ ਤੋੜ ਸਕਦਾ, ਕੋਈ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਉਹਨੂੰ ਵਿਗਾੜ ਸਕਦਾ। ਉਹ ਮਤਲਬ ਸਮਝ ਲਓ ਕਿ ਉਹ ਲਾਈਫ ਲੇਖੇ ਲੱਗ ਗਈ। ਤੇ ਗੱਲ ਇੱਥੇ ਫਿਰ ਅਵੇਅਰਨੈਸ ਦੀ ਆ ਜਾਂਦੀ ਕਿ ਅਸੀਂ ਤਾਂ ਹਰ ਪਾਸਿਓਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਇਸ ਪ੍ਰੋਗਰਾਮ ਦੇ ਥਰੂ ਵੀ ਸਮਝ ਲਓ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ, ਆਪਣੇ ਸਿੱਖ ਸੰਸਥਾਵਾਂ, UK ਦੇ ਗੁਰੂ ਘਰ, ਪੂਰੇ ਵਰਲਡ ਵਾਈਡ ਗੁਰੂ ਘਰ, ਇਹ ਜਿਹੜੀ ਵੋਕ ਟੂ ਸੇਵ ਦਾ ਇਹੋ ਅਸੀਂ ਬਣਾਇਆ ਕਿ ਇੰਟਰਨੈਸ਼ਨਲ ਇਹਨੂੰ ਕੀਤਾ ਜਾਵੇ। ਜਿੱਥੇ ਵੀ ਸੇਵਾਦਾਰ ਹੈ ਇਸ ਸੰਸਥਾ ਨਾਲ ਜੁੜਿਆ ਆ, ਉਹ ਆਪ ਇਸ ਵੋਕ ਦੇ ਵਿੱਚ ਪਾਰਟਿਸਿਪੇਟ ਕਰੇ, ਆਪਣੇ ਸਰਕਲ ਦੇ ਵਿੱਚ ਜਿੰਨਿਆਂ ਨੂੰ ਵੀ ਮੋਟੀਵੇਟ ਕਰ ਸਕਦਾ ਕਰੇ। ਸੋ ਨਾਲ ਇਹ ਹੈ ਕਿ ਜਿਹੜੀ ਸਾਡੀ ਫਿਲਾਸਫੀ ਹੈ ਸਿੱਖ ਧਰਮ ਦਾ, ਜੋ ਗੁਰੂ ਨਾਨਕ ਦੇਵ ਜੀ ਜੋ ਮੈਸੇਜ ਸਾਨੂੰ ਦੇ ਕੇ ਗਏ ਨੇ, ਵਨਨੈਸ ਦਾ ਮੈਸੇਜ, ਉਹ ਅਸੀਂ ਪੂਰੀ ਦੁਨੀਆ ਦੇ ਵਿੱਚ ਫੈਲਾਈਏ। ਕਿਉਂਕਿ ਕੋਈ ਵੀ ਪੁੱਛੇਗਾ ਕਿ ਵੋਕ ਟੂ ਸੇਵ ਕਾਹਦੇ ਲਈ ਕਰ ਰਹੇ ਹੋ ਜੀ। ਸੋ ਅਸੀਂ ਉੱਥੇ ਜਿਹੜੇ ਸਾਡੇ 3 ਪ੍ਰਿੰਸੀਪਲ ਨੇ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਜੇ ਇਹਨਾਂ ਚੀਜ਼ਾਂ ਤੇ ਪਹਿਰਾ ਦਿੱਤਾ ਹੁੰਦਾ ਤੇ ਅੱਜ ਸਾਡੀ ਕੌਮ ਦੀ ਹਾਲਤ ਹੈ ਕਦੀ ਹੋ ਹੀ ਨਹੀਂ ਸਕਦੀ ਸੀ ਜੀ। ਅਸੀਂ ਤੇ ਮਾਇਆ ਦੀ ਪਕੜ ਦੇ ਵਿੱਚੋਂ ਨਿਕਲ ਹੀ ਨਹੀਂ ਸਕੇ ਜੀ। ਸੋ ਗੁਰੂ ਘਰਾਂ ਅੱਗੇ ਵੀ ਬੇਨਤੀ ਹੈ ਕਿ 1-1, 2-2, 4-4, 10-10 ਬੱਚੇ ਸਪਾਂਸਰ ਕਰਨੇ ਕੋਈ ਵੱਡੀ ਗੱਲ ਨਹੀਂ ਜੀ। ਤੇ ਉਹ ਇੱਕ ਐਡੀ ਆਰਗੇਨਾਈਜੇਸ਼ਨ ਹੈ ਕਿ ਉੱਥੇ ਦੇਖੋ ਟੀਚਰ ਫ੍ਰੀ ਨਹੀਂ ਮਿਲਣੇ। ਪਿੰਡਾਂ ਦੇ ਵਿੱਚ ਜਾ ਕੇ ਟੀਚਰਾਂ ਦੀ ਆਪ ਟ੍ਰੇਨਿੰਗ ਕਰਕੇ, ਜਿਹੜੀਆਂ ਆਪਣੇ ਪੰਜਾਬ 'ਚ ਲੜਕੀਆਂ 10ਵੀਂ ਜਾਂ 12ਵੀਂ ਕਰਕੇ ਘਰੀ ਬਹਿ ਜਾਂਦੀਆਂ,
ਉਹਨਾਂ ਜੀ ਨੂੰ ਆਪ ਬੜੂ ਸਾਹਿਬ ਲਿਜਾ ਕੇ ਉਹਨਾਂ ਦੇ ਉੱਤੇ 4-4 5-5 ਸਾਲ ਦਾ ਟੀਚਰ ਟ੍ਰੇਨਿੰਗ ਦਾ ਕੋਰਸ ਕਰਕੇ ਬੜੇ ਸਕਸੈਸਫੁਲ ਟੀਚਰ ਬਣਾ ਕੇ ਉਹਨਾਂ ਨੂੰ ਫਿਰ ਪਿੰਡਾਂ ਦੀਆਂ ਅਕੈਡਮੀ 'ਚ ਭੇਜਦੇ ਨੇ। ਜੀ ਤੋਂ ਫਿਰ ਉਹਨਾਂ ਦੀ ਇੱਕ ਹੁੰਦਾ ਕਿ ਅਕੈਡਮੀ 'ਚ ਸੇਵਾ ਕਰਨ ਤੋਂ ਬਾਅਦ ਉਹਨਾਂ ਦੀ ਕੋਈ ਰੁਕਾਵਟ ਨਹੀਂ ਹੈਗੀ, ਉਹ ਕਿਤੇ ਵੀ ਜਾ ਕੇ ਟੀਚਰ ਦਾ, ਕਿਉਂਕਿ ਉਹਨਾਂ ਦਾ ਇੱਕ ਜਿਹੜਾ ਜੌਬ ਪ੍ਰੋਸਪੈਕਟ ਹੈ, ਉਹਨਾਂ ਦੀ ਐਮਪਲੋਇਮੈਂਟ ਦੀ ਜਿਹੜਾ ਕਰੀਅਰ ਇੱਕ ਤਰ੍ਹਾਂ ਦਾ ਡਿਵੈਲਪ ਹੋ ਗਿਆ। ਨਹੀਂ ਤੇ ਉਹਨਾਂ ਦੀ ਤਾਂ ਪੂਰੀ ਲਾਈਫ ਗਰੀਬੀ 'ਚ ਜਾਣੀ ਸੀਗੀ। ਜੀ ਉਹ ਇਸ ਜੀ ਤਰ੍ਹਾਂ ਤੁਸੀਂ ਸਪਾਂਸਰ ਟੀਚਰ ਸਕੀਮ ਹੈ ਕਿ ਤੁਸੀਂ ਬੱਚਾ ਸਪਾਂਸਰ ਕਰ ਸਕਦੇ ਹੋ, ਟੀਚਰ ਸਪਾਂਸਰ ਕਰ ਸਕਦੇ ਹੋ, ਐਜ਼ ਐਨ ਆਰਗੇਨਾਈਜੇਸ਼ਨ ਸਕੂਲ 500 ਹਾਲੇ ਬਣਨਾ ਹੈ, ਸਕੂਲ ਸਪਾਂਸਰ ਕਰ ਸਕਦੇ ਹੋ। ਯੂਨੀਵਰਸਿਟੀ ਦੇ ਵਿੱਚ ਕਿੰਨੇ ਗੁਰਮਤ ਦੇ ਜਿਹੜੇ ਆਪਣੇ ਕੋਰਸ ਸ਼ੁਰੂ ਹੋਏ ਨੇ ਗੁਰੂ ਕੀ ਕਾਸ਼ੀ ਦੇ ਵਿੱਚ, ਉਹਦੇ ਵਿੱਚ ਆਪਣਾ ਤੁਸੀਂ ਆਪਣੇ ਗੁਰੂ ਘਰਾਂ ਦੇ ਗ੍ਰੰਥੀ ਸਪਾਂਸਰ ਕਰ ਸਕਦੇ ਹੋ ਕਿ ਜਾਓ ਭਾਈ ਇੱਕ ਗ੍ਰੰਥੀ ਸਾਡਾ ਡਿਗਰੀ ਕਰਕੇ ਸਾਡੇ ਇੱਥੇ ਆਵੇ, ਕਿਉਂਕਿ ਜਿੰਨੇ ਵੀ ਗੁਰੂ ਘਰ ਨੇ ਇਹ ਤਾਂ ਸਾਡੇ ਵਿੱਦਿਆ ਦੇ ਸੈਂਟਰ ਹੋਣੇ ਚਾਹੀਦੇ ਨੇ। ਜੀ ਹੁਣ ਅਸੀਂ ਹੋਰ ਕਾਫੀ ਇਨੀਸ਼ੀਏਟਿਵ ਆ ਰਹੇ ਨੇ ਕਿ ਜਿਸ ਤਰ੍ਹਾਂ ਪੰਜਾਬੀ ਸਿੱਖਣਾ ਬਹੁਤ ਲਾਜ਼ਮੀ ਹੈ। ਹੁਣ ਅਸੀਂ ਜੋ ਇੰਗਲੈਂਡ 'ਚ ਆ ਕੇ ਆਪਣੇ ਬੱਚਿਆਂ ਦੇ ਲਈ ਅਸੀਂ ਕਿੰਨਾ ਸੰਘਰਸ਼ ਕੀਤਾ, ਉਹਨਾਂ ਨੂੰ ਪੰਜਾਬੀ ਤੇ ਕੀਰਤਨ ਸਿਖਾਉਣ ਵਾਸਤੇ ਕਿਸ ਤਰ੍ਹਾਂ ਘਰ ਕਲਾਸਾਂ ਲਗਾਉਣੀਆਂ ਪਈਆਂ, ਨਾਲ ਆਂਢ ਗੁਆਂਢ ਦੇ ਬੱਚਿਆਂ ਨੂੰ ਇਕੱਠੇ ਕਰਕੇ, ਕਿਉਂਕਿ ਜੀ ਉਹ ਇੰਨੀ ਜੋ ਫੈਸਿਲਿਟੀ ਹੋਣੀ ਚਾਹੀਦੀ ਉਹ ਹੈ ਨਹੀਂ। ਜੀ ਸੋ ਬਿਲਕੁਲ ਦੋ ਚੀਜ਼ਾਂ, ਇੱਕ ਫੈਸਿਲਿਟੀ ਹੈ ਨਹੀਂ, ਇੱਕ ਇੰਟਰਸਟ ਹੈ ਨਹੀਂ। ਸੋ ਇਹ ਜਿਹੜੀ ਅਵੇਅਰਨੈਸ ਰੇਜ਼ ਕਰਨੇ ਦਾ ਮੇਨਲੀ ਮਕਸਦ ਹੀ ਇਹੋ ਹੈ ਕਿ ਦੁਨੀਆ ਭਰ ਦੇ ਵਿੱਚ ਇੱਕ ਤੁਹਾਨੂੰ ਜੇ ਕੋਈ ਬਿਊਟੀਫੁਲ ਪੈਕੇਜ ਇਸ ਜ਼ਿੰਦਗੀ ਨੂੰ ਹੈਪੀ ਬਣਾਉਣ ਵਾਸਤੇ ਮਿਲਿਆ, ਉਹ ਹੈ ਆਪਣਾ ਗੁਰੂ ਨਾਨਕ ਦੇਵ ਜੀ ਦਾ। ਜੀ ਬਿਲਕੁਲ ਜੀ ਸੋ ਜੇ ਅਸੀਂ ਅੱਖਾਂ ਬੰਦ ਕਰਕੇ ਉਸ ਪਾਸੇ ਨਹੀਂ ਦੇਖਾਂਗੇ, ਨਹੀਂ ਸੋਚਾਂਗੇ, ਤੇ ਫਿਰ ਤੇ ਹਨੇਰੇ ਦੇ ਵਿੱਚ ਟੱਕਰਾਂ ਮਾਰ ਕੇ ਤੁਰਦੇ ਬਣਾਂਗੇ। ਜੀ ਬਿਲਕੁਲ ਜੀ। ਟਵਾਲ ਜੀ, ਤੁਸੀਂ ਗੱਲ ਕੀਤੀ ਹੈ ਵਿੱਚ ਵਾਕ ਟੂ ਸੇਵ ਦੀ, ਤੁਸੀਂ ਦਰਸ਼ਕਾਂ ਨੂੰ ਬਰੀਫ ਦੇ ਵਿੱਚ ਇਹ ਵੀ ਦੱਸਦੇ ਜਾਓ ਕਿ ਮਤਲਬ ਕਿੱਥੋਂ ਕਿਹੜਾ ਐਪ ਡਾਊਨਲੋਡ ਕਰਨਾ ਹੈ, ਕਿਸ ਤਰ੍ਹਾਂ ਰਜਿਸਟਰ ਜੋ ਪ੍ਰੋਸੈਸ ਹੈਗਾ ਉਹ ਦੱਸ ਦਿਓ ਪਲੀਜ਼। ਹਾਂਜੀ, ਮੇਰੀ ਐਪ ਤੇ ਬਿਲਕੁਲ ਰੈਡੀ ਹੈ ਜੀ। ਅਸੀਂ ਆਈਫੋਨ ਯੂਜ਼ ਕਰ ਰਹੇ ਹਾਂ। ਆਈਫੋਨ ਦੇ ਵਿੱਚ ਅਸੀਂ ਜੋ ਵੀ ਹੈ ਐਪ ਸਟੋਰ ਆਈਫੋਨ ਦੇ ਵਿੱਚ ਜਾ ਕੇ ਬੜੂ ਨੈਟ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ। ਦੋ ਆਈਫੋਨ 'ਚ ਵੀ ਹੈ ਤੇ ਗੂਗਲ ਪਲੇ ਦੇ ਵਿੱਚ ਵੀ ਮਿਲਦੀ ਹੈ। ਉਹ ਐਂਡਰੋਇਡ ਫੋਨ ਹੈ ਜਾਂ ਆਈਫੋਨ ਹੈ, ਦੋਨਾਂ ਦੇ ਵਿੱਚ ਇਹੋ ਬੜੂ ਨੈਟ ਐਪਲੀਕੇਸ਼ਨ ਡਾਊਨਲੋਡ ਕਰਕੇ ਉੱਥੇ ਬਟਨ ਹੈ ਵੋਕ ਟੂ ਸੇਵ। ਜੀ ਸੋ ਵੋਕ ਟੂ ਸੇਵ ਦੇ ਉੱਤੇ ਕਲਿੱਕ ਕਰਕੇ ਤੇ ਤੁਸੀਂ ਉੱਥੇ ਰਜਿਸਟ੍ਰੇਸ਼ਨ ਕਰਨੀ ਹੈ। ਰਜਿਸਟ੍ਰੇਸ਼ਨ ਦੇ ਵਿੱਚ ਸਿੰਪਲ ਤੁਹਾਡਾ ਨੇਮ, ਈਮੇਲ ਐਡਰੈਸ, ਆਪਣਾ ਟੈਲੀਫੋਨ ਨੰਬਰ ਤੇ ਵੈਰੀ ਬੇਸਿਕ ਇਨਫੋਰਮੇਸ਼ਨ ਉੱਥੇ ਤੁਸੀਂ ਦੇਣੀ ਹੈ ਆਪਣੀ। ਜੀ ਉਹ ਵੀ ਸਿਰਫ ਰਜਿਸਟ੍ਰੇਸ਼ਨ ਵਾਸਤੇ। ਉਸ ਤੋਂ ਬਾਅਦ ਉਹ ਐਪ ਤੁਹਾਡਾ ਫੋਨ ਰੈਡੀ ਆ। ਜੀ ਤੇ ਫੋਨ ਸਿੱਧਾ ਤੁਹਾਨੂੰ ਪੈਡੋਮੀਟਰ ਤੇ ਲੈ ਜਾਂਦਾ ਕਿ ਪੈਡੋਮੀਟਰ ਤੇ ਤੁਹਾਡੇ ਜਿਹੜੇ ਸਟੈਪ ਆ ਉਸ ਪਹਿਲੀ ਤਰੀਕ ਤੋਂ ਅਸੀਂ ਉਹ ਕਾਊਂਟ ਕਰਨੇ, ਪਰ ਉਹ ਤਾਂ ਐਪਲੀਕੇਸ਼ਨ ਜਦੋਂ ਤੁਸੀਂ ਡਾਊਨਲੋਡ ਕਰਦੇ ਹੋ ਉਸੇ ਟਾਈਮ ਤੋਂ ਤੁਹਾਡੇ ਸਟੈਪ ਕਾਊਂਟ ਕਰਨੇ ਸ਼ੁਰੂ ਕਰ ਦਿੰਦੇ ਆ। ਜੀ ਸੋ ਆਈਫੋਨ ਦਾ ਜਿਹੜਾ ਤੁਹਾਡਾ ਹੈਲਥ ਡੇਟਾ ਆ ਉਹ ਇਸ ਐਪਲੀਕੇਸ਼ਨ ਦੇ ਨਾਲ ਸਿੰਕਰੋਨਾਈਜ਼ ਹੋ ਜਾਂਦਾ। ਸੋ ਡੇਲੀ ਬੇਸਿਸ ਤੇ 1 ਅਗਸਤ ਤੋਂ ਲੈ ਕੇ 28 ਅਗਸਤ ਤੱਕ ਸਾਰੇ ਹੀ ਤੁਹਾਡੇ ਸਟੈਪਸ ਉਹ ਸੈਂਟਰਲੀ ਲੌਗ ਹੋ ਜਾਣੇ ਨੇ ਸਾਡੇ ਹੈੱਡ ਆਫਿਸ। ਜੀ ਜਿਹੜਾ ਵੀ ਉਹ ਰਜਿਸਟਰ ਕਰੇਗਾ ਸੋ ਉਹਨਾਂ ਦੇ ਜਿੰਨੇ ਵੀ ਸਟੈਪ ਹੈ ਉਹ ਉਹਨਾਂ ਦੀ ਅਰਦਾਸ ਗੁਰੂ ਨਾਨਕ ਦੇਵ ਜੀ ਦੇ ਜਿਹੜੇ 28,000 ਕਿਲੋਮੀਟਰ ਹੈ ਉਹਨਾਂ ਦੇ ਵਿੱਚ ਉਹ ਇੱਕ ਤਰ੍ਹਾਂ ਦੀ ਲੇਖੇ ਲੱਗੇਗੀ। ਤੇ ਤੁਸੀਂ ਹੁਣ ਆਪਣੇ ਜਿਹੜਾ ਗਾਣਾ ਤੁਸੀਂ ਇੱਕ ਬਹੁਤ ਵਧੀਆ ਮੈਨੂੰ ਪਤਾ ਲੱਗਾ ਕਿ ਹਰ ਕਦਮ ਕਦਮ ਲੇਖੇ, ਜੀ ਬਿਲਕੁਲ ਇਹ ਜਿਹੜਾ ਪ੍ਰੋਗਰਾਮ ਹੈ ਨਾ ਇਹ ਕਦਮ ਕਦਮ ਲੇਖੇ 'ਚ ਲੱਗੇਗਾ ਜੀ, ਹਰ ਇੱਕ ਦਾ ਲੱਗੇਗਾ। ਐਂਡ ਜੀ ਬਿਲਕੁਲ ਮੋਟੋ ਵੀ ਇਹ ਸੀ ਕਿ ਯੂਅਰ ਸਟੈਪ ਮੇਕਸ ਅ ਡਿਫਰੈਂਸ। ਜੀ ਬਿਲਕੁਲ ਜੀ, ਹਰ ਇੱਕ ਸੰਗਤ ਨੂੰ ਇਹ ਇੱਕ ਹੋਕਾ ਦੇ ਰਹੇ ਕਿ ਤੁਸੀਂ ਇਹ ਨਾ ਸਮਝੋ ਕਿ ਹਾਂ ਜੇ ਮੈਂ 10 ਕਦਮ ਨਾ ਵੀ ਚੱਲਿਆ ਤਾਂ ਕੀ ਫਰਕ ਪੈਣਾ, ਹਨਾ। ਜੀ ਬਿਲਕੁਲ। ਇੱਕ ਚਿੱਤ ਜਿਨ ਇੱਕ ਚਿੰਤ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇਹ ਤੋਂ ਵੱਡੀ ਦੇਣ ਹੋਰ ਗੁਰੂ ਸਾਹਿਬ ਕੀ ਦੇ ਸਕਦੇ ਸੀਗੇ ਜੀ। ਜੇ ਗੱਲ ਹੈਗੀ ਆ ਇੱਕ ਚਿੱਤ ਹੋਣ ਦੀ, ਜਿਹੜਾ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਹੈ ਵਨਨੈਸ ਹੈਗਾ ਨਾ। ਬਾਕੀ ਤੇ ਤੁਸੀਂ ਹਜ਼ਾਰਾਂ ਕਿਲੋਮੀਟਰ ਚੱਲੀ ਜਾਓ, ਜਿੰਨੇ ਮਰਜ਼ੀ ਉਡਾਰੀਆਂ ਮਾਰੀ ਜਾਓ, ਉਹਦਾ ਕੋਈ ਫਾਇਦਾ ਨਹੀਂ। ਉਹਦੇ ਲਈ ਤਾਂ 84 ਲੱਖ ਜੂਨਾ ਵੀ ਘੱਟ ਨੇ। ਇੱਕ ਚਿੱਤ ਜਿਨ ਇੱਕ ਚਿੰਤ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਸੋ ਹਰ ਇੱਕ ਸਟੈਪ ਦੇ ਨਾਲ ਵਾਹਿਗੁਰੂ ਦਾ ਸਿਮਰਨ, ਜਿਸ ਤਰ੍ਹਾਂ ਇਸ ਕਲਗੀਧਰ ਟਰੱਸਟ ਦੇ ਬਾਨੀ ਸੰਤ ਅਤਰ ਸਿੰਘ ਜੀ ਮਹਾਰਾਜ ਜਦੋਂ ਮਨ ਦੇ ਵਿੱਚ ਸਿੱਖੀ ਦਾ ਪਿਆਰ ਵਿਰਾਗ ਠਾਠਾਂ ਮਾਰ ਕੇ ਉਛਲ ਰਿਹਾ ਸੀ ਤੇ ਉਹਨੇ ਆਪਣੀ ਫੌਜ ਦੀ ਨੌਕਰੀ ਛੱਡ ਕੇ ਆਪਣੇ ਪਾਕਿਸਤਾਨ ਦੇ ਵਿੱਚੋਂ ਪੈਰੀ ਤੁਰ ਪਏ ਹਜੂਰ ਸਾਹਿਬ ਨੂੰ। ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨੇ ਨੇ। ਉਹ ਹੋਏ ਵੀ ਦਰਸ਼ਨ, ਬਹੁਤ ਬਰਕਤਾਂ ਹੋਈਆਂ, ਸਭ ਕੁਝ ਹੋਇਆ। ਤੇ ਇਹ ਬਰਕਤਾਂ ਦਾ ਹੀ ਫਲ ਹੈ ਕਿ ਜਿਹੜਾ ਇਹ ਮਿਸ਼ਨ ਇਸ ਤਰ੍ਹਾਂ ਫੈਲਿਆ ਕਿ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਇਸ ਬਾਰੇ। ਜੀ ਸੋ ਅੱਜ ਟਾਈਮ ਆ ਗਿਆ ਹੈ ਇਸ ਮਿਸ਼ਨ ਦਾ ਹਿੱਸਾ ਬਣਨ ਦਾ ਕਿ 130 ਤੋਂ 500 ਸਕੂਲ ਜਿੰਨੀ ਜਲਦੀ ਹੋ ਜਾਏਗਾ ਪੰਜਾਬ ਬਚ ਜਾਏਗਾ। ਇਸੇ ਕਰਕੇ
ਸਾਡੇ ਇਹਦਾ ਪੰਜਾਬ ਇਸ ਪ੍ਰੋਗਰਾਮ ਦਾ ਨਾਮ ਵੀ ਹੈ ਰੀਬੂਟ ਪੰਜਾਬ ਤੇ ਜੀ ਇਹ COVID-19 ਚੈਲੰਜ ਤੇ ਬਣ ਗਿਆ ਤੇ ਰੀਬੂਟ ਇਹ ਤਾਂ ਪੂਰੀ ਦੁਨੀਆ ਨੂੰ ਰੀਬੂਟ ਕਰਨ ਵਾਲਾ ਕੰਮ ਹੋ ਗਿਆ ਨਾ ਹੁਣ। ਜੀ ਬਿਲਕੁਲ ਜੀ ਬਿਲਕੁਲ ਵਰਕ ਟੂ ਸੇਵ ਉਸ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇਹ ਕ੍ਰੂਸ਼ੀਅਲ ਸੋ ਬਹੁਤ ਹੀ ਇੰਟਰਸਟਿੰਗ ਸਟੈਪ ਹੈ ਜਿਹਦੇ ਜੀ ਵਿੱਚ ਅਸੀਂ ਸੰਗਤਾਂ ਅੱਗੇ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੋ ਵੀ ਇਹਦੇ ਬਾਰੇ ਸੁਣ ਰਿਹਾ ਹੈ ਬੜਾ ਸਿੰਪਲ ਹੈ। ਜੇ ਕੋਈ ਚੀਜ਼ ਨਹੀਂ ਸਮਝ ਆ ਰਹੀ ਤੇ ਜਿਹੜਾ ਵੀ ਸਾਡਾ ਟੈਲੀਫੋਨ ਨੰਬਰ ਇਸ ਪ੍ਰੋਗਰਾਮ ਤੇ ਤੁਹਾਨੂੰ ਦੇ ਰਹੇ ਹਾਂ ਜੀ ਉਸ ਟੈਲੀਫੋਨ ਤੇ ਤੁਸੀਂ ਫੋਨ ਕਰਕੇ ਸਾਰੀ ਗੱਲ ਸਮਝ ਸਕਦੇ ਹੋ ਚੰਗੀ ਤਰ੍ਹਾਂ। ਪਰ ਹੈ ਜੀ ਬੜਾ ਸਿੰਪਲ, ਸਿਰਫ ਬੜੂ ਨੈਟ ਐਪਲੀਕੇਸ਼ਨ ਤੁਸੀਂ ਗੂਗਲ 'ਚ ਜਾ ਕੇ ਬੜੂ ਨੈਟ ਸਰਚ ਕਰੋਗੇ ਉਹਦੇ 'ਚ ਵੀ ਆ ਜਾਏਗਾ। ਜੀ ਐਪਲੀਕੇਸ਼ਨ ਡਾਊਨਲੋਡ ਕਰਕੇ ਵੋਕ ਟੂ ਸੇਵ 'ਚ ਰਜਿਸਟਰ ਕਰਕੇ ਤੇ ਤੁਰਨਾ ਸ਼ੁਰੂ ਕਰ ਦਿਓ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦਿਓ। ਜੀ ਬਿਲਕੁਲ ਜੀ ਅਰਦਾਸ ਸਰਬੱਤ ਦੇ ਭਲੇ ਦੀ, ਆਪਣੀ ਵੀ ਅਰਦਾਸ ਕਰੋ ਤੇ ਸਰਬੱਤ ਦੇ ਭਲੇ ਦੀ ਵੀ ਅਰਦਾਸ ਕਰੋ। ਜਿਹਦੇ ਜੀ ਅੰਦਰ ਸਰਬੱਤ ਦੇ ਭਲੇ ਦੀ ਅਰਦਾਸ ਆ ਗਈ ਉਹਦੇ ਉਸ ਜ਼ਿੰਦਗੀ ਦੇ ਵਿੱਚ ਉਹਦੇ 'ਚ ਕੋਈ ਵੀ ਰੁਕਾਵਟ ਨਹੀਂ, ਜ਼ਿੰਦਗੀ ਦੇ ਵਿੱਚ ਜੀ ਬਿਲਕੁਲ ਕੋਈ ਰੁਕਾਵਟ ਨਹੀਂ ਤੇ ਉਹਦੀ ਸਮਝ ਲਓ ਕਿ ਉਹਦਾ ਆਪਣਾ ਭਲਾ ਹੋ ਗਿਆ। ਜੀ ਬਿਲਕੁਲ ਜੀ ਉਹ ਜਿਸ ਤਰ੍ਹਾਂ ਤੁਸੀਂ ਕਿਹੜੀ ਲਾਈਨ ਕੜੀ ਸੀ ਕਿ ਮੈਂ ਜੇ ਮੈਂ ਨਾ ਹੁੰਦੀ ਜੀ ਤਾਂ ਜੀ ਉਹ ਸੀਗਾ ਜੀ, ਜੇ ਪਾਣੀ ਨਾ ਹੁੰਦਾ ਤਾਂ ਜੀਵ ਨਾ ਹੁੰਦੇ, ਜੇ ਮੈਂ ਨਾ ਹੁੰਦੀ ਤਾਂ ਅਸੀਂ ਅਜੀਬ ਨਾ ਹੁੰਦੇ। ਅਸੀਂ ਅਜੀਬ ਨਾ ਹੁੰਦੇ। ਹੁਣ ਅਸੀਂ ਤਾਂ ਇਕੱਲੇ ਘਰ ਬਿਲਕੁਲ ਸਟ੍ਰੇਂਜਰ ਬਣ ਕੇ ਬੈਠੇ ਆ, ਬਿਲਕੁਲ ਅਜੀਬ ਬਣ ਕੇ ਬੈਠੇ ਆ। ਇਹ ਸਾਰੀ ਜਿੱਥੇ ਅੱਜ ਅਸੀਂ ਖੜੇ ਆ ਇਹ ਸਾਰੀ ਬਿਮਾਰੀ ਦੀ ਜੜ ਹੈ ਮੈਂ ਜੀ ਅਸੀਂ ਮੈਂ ਤੋਂ ਜਾਣਾ ਕਿੱਧਰ ਨੂੰ ਆ? ਤੇਰਾ ਤੇਰਾ ਤੇਰਾ। ਜੀ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਹੈ ਤੇਰਾ ਤੇਰਾ ਤੇਰਾ। ਦੁਨੀਆ ਦਾ ਮਿਸ਼ਨ ਹੈ ਮੈਂ ਮੇਰੀ ਮੈਂ ਬਸ। ਜੀ ਇਹ ਜਿਹੜੀ ਇਹ ਦੌੜ ਹੈ ਇਹਨੂੰ ਅਸੀਂ ਇਹ ਸਹੀ ਪਾਸੇ ਨੂੰ ਮੋੜਨਾ। ਜੀ ਜੀ ਵੋਕ ਟੂ ਸੇਵ ਦਾ ਮਤਲਬ ਹੈ ਕਿ ਇਹ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਵਾਹਿਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਕਿਰਪਾ ਕਰੋ, ਜੋ ਇਹ ਕੁਦਰਤ ਦੀ ਕਰੂਪੀ ਵਰਤ ਰਹੀ ਹੈ ਸਾਰੇ ਸੰਸਾਰ ਦਾ ਭਲਾ ਕਰੋ, ਸਵੱਤ ਦਾ ਭਲਾ ਕਰੋ ਤੇ ਆਪਣੀ ਕਿਰਪਾ ਕਰੋ। ਉਹੀ ਉਸ ਅਰਦਾਸ ਦੇ ਵਿੱਚ ਜੋ ਤਾਕਤ ਹੈ। ਅੱਜ ਤੇ ਇਸ ਬਿਮਾਰੀ ਦੇ ਹਾਲੇ ਦਵਾ ਵੀ ਕੋਈ ਨਹੀਂ। ਜੀ ਜੀ ਬਿਲਕੁਲ ਲੱਗਣੇ ਸਾਲ ਲੱਗਣੇ। ਸਾਇੰਸ ਤੇ ਹੁਣ ਜਿਹੜਾ ਸਾਇੰਸ ਤੇ ਕੁਦਰਤ ਦਾ ਟਕਰਾਰ ਹੈ ਨਾ ਜੀ ਉਹ ਚੱਲ ਰਿਹਾ ਹਾਲੇ। ਜੀ ਬਿਲਕੁਲ ਜੀ ਰਾਤ ਲੱਗੀ ਹੋਈ ਹੈ ਇਹਦਾ ਇਲਾਜ ਲੱਭਣ ਵਾਸਤੇ। ਜੀ ਪਰ ਇਲਾਜ ਬੜਾ ਸੌਖਾ। ਗੁਰੂ ਨਾਨਕ ਦੇ ਘਰ ਦੇ ਵਿੱਚ ਇਲਾਜ ਤੋਂ ਨਹੀਂ ਪਹਿਲਾਂ ਹੀ ਦੇਤਾ। ਹਰ ਇੱਕ ਕੁਦਰਤ ਨੇ ਹਰ ਪ੍ਰੋਬਲਮ ਦਾ ਇਲਾਜ ਤੁਹਾਡੇ ਮੂਹਰੇ ਰੱਖਿਆ। ਪਰ ਅਸੀਂ ਅੱਖਾਂ ਬੰਦ ਕਰਕੇ ਚੱਲਣਾ ਤਾਂ ਫਿਰ ਉਹ ਸਾਨੂੰ ਦਿਸੇਗਾ ਕਿਸ ਤਰ੍ਹਾਂ। ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ। ਦੋਸਤਾਂ ਨੂੰ ਆਪਣੇ ਦੱਸਣਾ ਚਾਹਾਂਗਾ ਜੀ ਕਿ ਕਈ ਵਾਰ ਪਿਛਲੇ ਐਪੀਸੋਡਸ ਦੇ ਵਿੱਚ ਵੀ ਅਟਵਾਲ ਜੀ ਨੇ ਤੇ ਹੋਰ ਸਾਡੇ ਮਹਿਮਾਨਾਂ ਨੇ ਵਾਰ-ਵਾਰ ਦੱਸਿਆ ਕਿ ਇਹ ਜੋ ਵਾਕ ਹੈਗੀ ਹੈ ਤੁਸੀਂ ਇੱਕ ਤਾਂ ਵਾਕ ਕਰਨੀ ਹੈ, ਵਾਹਿਗੁਰੂ ਦਾ ਨਾਲ ਸਿਮਰਨ ਕਰਨਾ ਹੈਗਾ ਆ, ਤੇ ਨਾਲ ਇਹ ਵੀ ਹੈ ਇਹ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਕਿ ਤੁਸੀਂ ਘਰ 'ਚ ਕਰਨੀ ਹੈ ਜਾਂ ਬਾਹਰ ਕਿਤੇ ਵੀ ਤੁਸੀਂ ਕਰ ਸਕਦੇ ਹੋ। ਘਰ ਵਿੱਚ ਕਰਨੀ ਘਰ ਵਿੱਚ ਕਰ ਲਓ, ਬਾਹਰ ਕਰਨੀ ਹੈ ਤੁਸੀਂ ਬਾਹਰ ਜਾ ਸਕਦੇ ਹੋ। ਬਟ ਵੱਡੇ ਗਰੁੱਪ ਬਣਾ ਕੇ ਜਾਣਾ ਕਹਿਣਾ ਵੀ ਜਿਹੜਾ ਅਵੋਇਡ ਕੀਤਾ ਜਾਵੇ ਕਰੋਨਾ ਵਾਇਰਸ ਦੇ ਕਰਕੇ ਵੀ। ਤੇ ਦੂਸਰੀ ਤੁਹਾਡੀ ਕਨਸੈਂਟਰੇਸ਼ਨ ਵਧੀਆ ਰਹੇਗੀ ਜਦੋਂ ਇਨਸਾਨ ਇਕੱਲਾ ਜਾਂਦਾ ਹੈਗਾ ਆ। ਤੇ ਸੈਕੰਡਲੀ ਗੱਲ ਇਹ ਆਉਂਦੀ ਹੈ ਅਟਵਾਲ ਜੀ, ਜਿਸ ਤਰ੍ਹਾਂ ਇਹ ਕਰੋਨਾ ਵਾਇਰਸ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਲੋਕ ਕਹਿ ਲਓ ਅਸੀਂ ਸਾਰੇ ਹੀ ਇੱਕ ਤਰ੍ਹਾਂ ਨਾਲ ਲੇਜ਼ੀ ਵੀ ਕਹਿ ਲਓ ਵੀ ਹੋ ਜਾਂਦੇ ਆ ਘਰੇ ਬੈਠੇ ਤੇ ਲੇਜ਼ੀ ਹੋਏ ਇਨਸਾਨਾਂ ਨੂੰ ਮੋਟੀਵੇਟ ਕਰਕੇ ਤੇ ਵਾਕ ਦੇ ਲਈ ਇਸ ਚੈਲੰਜ ਦੇ ਲਈ ਕਹਿ ਲਓ ਪ੍ਰੇਰਿਤ ਕਰਨਾ ਵੀ ਆਪਣੇ ਆਪ 'ਚ ਇੱਕ ਬੜਾ ਚੈਲੰਜਿੰਗ ਟਾਸਕ ਹੋ ਜਾਂਦਾ ਹੈ ਨਾ ਜੀ। ਕਿਉਂਕਿ ਹੈ ਨਾ ਜਦੋਂ ਕੋਈ ਚੀਜ਼ ਗਰਾਰੀਆਂ ਕਹਿ ਲਓ ਮਸ਼ੀਨ ਦੀਆਂ ਜਾਮ ਹੁੰਦੀਆਂ ਜਾਂ ਸਲੋ ਹੁੰਦੀਆਂ ਜਾਂ ਜੰਗ ਲੱਗ ਜਾਂਦਾ ਉਹਨੂੰ ਉਸ ਇੰਜਨ ਨੂੰ ਦੁਬਾਰਾ ਚਲਾਉਣਾ ਵੀ ਬੜਾ ਇੱਕ ਚੈਲੰਜਿੰਗ ਟਾਸਕ ਹੁੰਦਾ ਜੀ। ਬਿਲਕੁਲ ਸਹੀ ਗੱਲ ਹੈ ਜੀ। ਮੈਂ ਤੇ ਦੇਖੋ ਦੱਸਿਆ ਤੁਹਾਨੂੰ ਜਦੋਂ ਪੰਜਾਬ ਦੇ ਬਚਪਨ 13 ਸਾਲ ਤੋਂ ਬਾਅਦ ਮੈਂ ਦਿੱਲੀ ਆਇਆ ਤੇ ਮੈਨੂੰ ਉੱਥੇ ਇੱਕ ਜਿਹੜਾ ਵਰਡ ਬੜਾ ਕਾਮਨ ਸੀ ਸਕੂਲਾਂ ਦੇ ਵਿੱਚ ਜੀ ਯਾਰ ਮੈਂ ਤੇ ਬੋਰ ਹੋ ਗਿਆ। ਮੈਨੂੰ ਪਤਾ ਨਾ ਲੱਗੇ ਵੀ ਯਾਰ ਇਹ ਬੋਰ ਕੀ ਹੁੰਦਾ। ਅੱਛਾ ਜੀ ਮੈਂ 9ਵੀਂ ਕਲਾਸ ਸੀ। ਅੱਛਾ ਜੀ ਮੈਨੂੰ ਬੜਾ ਮੁਸ਼ਕਲ ਲੱਗੀ ਉਹ ਚੀਜ਼ ਸਮਝਣੇ ਨੂੰ, ਕਿਉਂਕਿ ਪੰਜਾਬ ਦੇ ਵਿੱਚ ਦੇਖੋ ਸਾਡਾ ਤਾਂ ਸਿੱਖੀ ਦਾ ਜੋ ਸਿਧਾਂਤ ਉਹ ਇੰਨਾ ਨਿਰਾਲਾ ਹੈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜੀ। ਤੁਸੀਂ ਜਦੋਂ ਕੁਦਰਤ ਦਾ ਨਜ਼ਾਰਾ ਮੰਨਣਾ ਸ਼ੁਰੂ ਕਰ ਦਿੰਦੇ ਹੋ ਤੁਹਾਨੂੰ ਹਰ ਇੱਕ ਕਣੀ ਦੇ ਵਿੱਚ ਲਾਈਫ ਦਿਸਦੀ ਹੈ ਜੀ। ਤੁਹਾਡਾ ਧਿਆਨ ਉੱਧਰ ਜਾਂਦਾ, ਤੁਹਾਡਾ ਧਿਆਨ ਗੁਰੂਆਂ ਵੱਲ ਸਿੱਖਿਆ ਵੱਲ ਜਾਂਦਾ, ਹਿਸਟਰੀ ਵੱਲ ਜਾਂਦਾ। ਸਾਨੂੰ ਪੰਜਾਬ 'ਚ ਪਤਾ ਨਹੀਂ ਸੀ ਕਿ ਬੋਰ ਕੀ ਚੀਜ਼ ਹੁੰਦੀ ਹੈ ਜੀ। ਸ਼ਹਿਰਾਂ 'ਚ ਆ ਕੇ ਪਤਾ ਲੱਗਾ ਵੀ ਹਾਂ ਇਹ ਵੀ ਇੱਕ ਬਿਮਾਰੀ ਦਾ ਨਾਂ ਹੈਗਾ, ਲੇਜ਼ੀਨੈਸ ਜਿਹੜੀ ਤੁਸੀਂ ਕਿਹਾ ਨਾ ਜੀ। ਸੋ ਨਹੀਂ, ਗੁਰਮੁਖ ਜਿਹੜੇ ਬੰਦੇ ਨੇ ਸਿੱਖਾਂ ਦੇ ਵਿੱਚ ਤਾਂ ਲੇਜ਼ੀ ਇਹਨਾਂ ਦੀ ਡਿਕਸ਼ਨਰੀ 'ਚ ਉਹ ਵਰਡ ਹੀ ਹੈ ਨਹੀਂ, ਹੈ ਨਾ ਜੀ। ਬਿਲਕੁਲ। ਪਰ ਅਸੀਂ ਇਹ ਹੈ ਕਿ ਜੇ ਪੁੱਠੇ ਪਾਸੇ ਨੂੰ ਜ਼ਿਆਦਾ ਤੇਜ਼ ਦੌੜੀ ਜਾਈਏ ਉਹਦਾ ਫਾਇਦਾ ਵੀ ਕੁਛ ਨਹੀਂ ਹੈ। ਅਸੀਂ ਥੋੜੀ ਜਿਹੀ ਬਿਲਕੁਲ ਇੱਕ ਡਾਇਰੈਕਸ਼ਨ ਚੇਂਜ ਕਰਨੀ ਹੈ, ਇੱਕ ਕੰਟਰੋਲ ਬਹੁਤ ਜ਼ਰੂਰੀ ਹੈ ਕਿ ਅਸੀਂ ਮਾਇਆ ਸਾਡੇ ਪਿੱਛੇ ਦੌੜਨੀ ਚਾਹੀਦੀ ਹੈ, ਅਸੀਂ ਮਾਇਆ ਦੇ ਪਿੱਛੇ ਨਹੀਂ ਦੌੜੀਏ ਜੀ ਜੀ। ਬਸ ਇਹ ਥੋੜੀਆਂ ਚੀਜ਼ਾਂ ਜਿਹੜੀ ਫਾਈਨ ਅਲਾਈਨਮੈਂਟ ਹੈ ਨਾ ਉਹੀ ਪਰਪਸ ਹੈ ਸਾਡਾ ਇਸ ਵਾਕ ਟੂ ਸੇਵ ਦਾ।
ਬਿਲਕੁਲ ਜੀ। ਵੋਕ ਟੂ ਸੇਵ ਦੇ ਵਿੱਚ ਸੇਵ ਦਾ ਮੀਨਿੰਗ ਆਪਣੇ ਦੋਸਤਾਂ ਨੂੰ ਦੱਸਣਾ ਚਾਹਾਂਗਾ ਕਿ ਕਈ ਵਾਰ ਇਹ ਹੋ ਚੁੱਕਿਆ ਜੀ ਇਹਦਾ ਵੀ ਖੁਲਾਸਾ ਕਿ ਸੇਵ ਕਿਸ ਤਰ੍ਹਾਂ ਕਰਨਾ ਹੈਗਾ ਆ। ਇਹ ਬੜਾ ਇੱਕ ਰਹੱਸਮਈ ਵਰਡ ਹੈ। ਗੱਲ ਇਹ ਹੈ ਕਿ ਦੇਖੋ, ਜਦੋਂ ਤੁਸੀਂ ਵੋਕ ਵੀ ਕਰਨੀ ਹੈ, ਨਾਲ ਤੁਸੀਂ ਆਪਣੀ ਕਹਿ ਲਓ ਜੋ ਵੀ ਤੁਹਾਡੀ ਓਨੈਸਟ ਲਿਵਿੰਗ ਹੈ ਉਹਦੇ ਵਿੱਚੋਂ ਕੁਛ ਨਾ ਕੁਛ ਵੀ ਤੁਸੀਂ ਜ਼ਰੂਰ ਨਾਲ ਡੋਨੇਟ ਕਰਨਾ ਹੈਗਾ ਆ। ਉਹ ਤੁਸੀਂ ਜਿਹੜੀ ਕਹਿ ਲਓ ਵੀ ਕਲਗੀਧਰ ਟਰੱਸਟ ਦੀ ਵੈਬਸਾਈਟ ਤੇ ਜਾ ਕੇ, ਜਿਸ ਤਰ੍ਹਾਂ ਕਿ ਪਹਿਲਾਂ ਵੀ ਐਪੀਸੋਡ ਵਿੱਚ ਦੱਸ ਚੁੱਕੇ ਨੇ ਸਾਡੇ ਮਹਿਮਾਨ, ਕਿ ਤੁਸੀਂ ਐਜੂਕੇਟ ਟੂ ਸੇਵ ਦੀ ਵੈਬਸਾਈਟ ਤੇ ਜਾ ਕੇ ਉੱਥੇ ਆਪਣੇ ਆਪਣੇ ਏਰੀਆ ਵਾਈਜ਼, ਆਪਣੇ ਜ਼ਿਲ੍ਹੇ ਵਾਈਜ਼ ਕਹਿ ਲਓ ਵੀ ਲਿਸਟਾਂ ਬਣੀਆਂ ਹੋਈਆਂ ਨੇ ਲੋੜਵੰਦ ਬੱਚਿਆਂ ਦੀਆਂ, ਉੱਥੋਂ ਜਾ ਕੇ ਸਿਲੈਕਟ ਕਰ ਸਕਦੇ ਹੋ। ਜਾਂ ਫਿਰ ਤੁਸੀਂ ਸਾਡੀ ਜੋ ਸੰਗਤ ਟੀਵੀ ਦੀ ਟੀਮ ਹੈਗੀ ਹੈ, ਕਲਗੀਧਰ ਟਰੱਸਟ ਦੇ ਜੋ ਕੰਟੈਕਟ ਨੰਬਰ ਹੈਗੇ ਨੇ ਉਹ ਆ ਜਾਂਦੇ ਨੇ, ਤੁਸੀਂ ਉੱਥੇ ਕੰਟੈਕਟ ਕਰ ਸਕਦੇ ਹੋ, ਤਾਂ ਕਿ ਤੁਹਾਡਾ ਯੋਗਦਾਨ ਵੀ ਪਵੇ, ਕਿਸੇ ਨਾ ਕਿਸੇ ਦੀ ਜ਼ਿੰਦਗੀ ਤੁਸੀਂ ਟਰਾਂਸਫਾਰਮ ਵੀ ਕਰੋ, ਆਪਣੀ ਵੀ ਹੈਲਥ ਟਰਾਂਸਫਾਰਮ ਕਰੋ, ਵਧੀਆ ਕਰੋ, ਪਰ ਨਾਲ ਕਿਸੇ ਦੀ ਹੋਰ ਦੀ ਜ਼ਿੰਦਗੀ ਦੇ ਵਿੱਚ ਵੀ ਤੁਹਾਡਾ ਇੱਕ ਪੋਜ਼ਿਟਿਵ ਇੰਪੈਕਟ ਪਵੇ। ਕਿਉਂਕਿ ਇੱਕ ਚੀਜ਼ ਹੈ ਦੋਸਤੋ, ਕਿ ਜ਼ਿੰਦਗੀ ਦੀ ਜਦੋਂ ਦੇਖਿਆ ਜਾਏਗਾ ਨਾ, ਜਦੋਂ ਜ਼ਿੰਦਗੀ ਨੂੰ ਇਹ ਦੇਖਿਆ ਜਾਏਗਾ ਕਿ ਕਿੰਨੀ ਸਕਸੈਸਫੁਲ ਜ਼ਿੰਦਗੀ ਕੋਈ ਬੰਦਾ ਜੀ ਕੇ ਗਿਆ, ਉਹਦਾ ਮੇਜਰ ਕਦੇ ਵੀ ਪੈਸਾ ਨਹੀਂ ਹੋਏਗਾ, ਉਹਦਾ ਮੇਜਰ ਕਦੇ ਵੀ ਮਟੀਰੀਅਲਿਸਟਿਕ ਥਿੰਗਸ ਨਹੀਂ ਹੋਣਗੀਆਂ। ਉਹਦਾ ਮੇਜਰ ਹਮੇਸ਼ਾ ਹੀ ਇਹ ਹੁੰਦਾ ਆ ਕਿ ਉਸ ਬੰਦੇ ਨੇ ਕਿੰਨੀਆਂ ਜ਼ਿੰਦਗੀਆਂ ਟਰਾਂਸਫਾਰਮ ਕੀਤੀਆਂ ਡਿਊਰਿੰਗ ਦਾ ਲਾਈਫ ਟਾਈਮ, ਜਾਂ ਫਿਰ ਕਿੰਨੀਆਂ ਜ਼ਿੰਦਗੀਆਂ ਦੇ ਵਿੱਚ ਚਾਹੇ ਛੋਟੇ ਛੋਟੇ ਕਹਿ ਲਓ ਵੀ ਪੋਜ਼ਿਟਿਵ ਇੰਪੈਕਟ ਪਾਏ ਆ, ਲੋਕਾਂ ਨੂੰ ਖੁਸ਼ੀਆਂ ਦਿੱਤੀਆਂ, ਕਿੰਨੀਆਂ ਦਿੱਤੀਆਂ। ਦੈਟਸ ਦਾ ਮੇਜਰ, ਹਾਊ ਟੂ ਮੇਜਰ ਦਾ ਸਕਸੈਸਫੁਲ ਲਾਈਫ, ਹੈ ਨਾ ਜੀ। ਸੋ ਅਸੀਂ ਇਟਵਾਲ ਜੀ ਫੇਰ ਵਾਪਸ ਆਨੇ ਆ ਜੀ। ਗੱਲ ਸੇਵਾ ਦੀ ਹੈ, ਨਾਲ ਵੋਕ ਵੀ ਹੈ, ਆਪਣੀ ਵੀ ਹੈਲਥ ਬੈਟਰ ਹੈ, ਨਾਲ ਵੋਕ ਟੂ ਸੇਵ ਆਪਾਂ ਕਹਿ ਲਓ ਵੀ ਬੱਚਿਆਂ ਦੀ ਜਿਹੜੀ ਕਿ ਲਾਈਫ ਹੈ, ਬੱਚਿਆਂ ਨੂੰ ਹਨੇਰੇ ਚੋਂ ਕੱਢਣਾ, ਸੇਵ ਕਰਨਾ ਬੱਚਿਆਂ ਦੀ ਲਾਈਫ, ਜਿੱਤੇ ਕਹਿ ਲਓ ਵੀ ਕੌਮ ਦਾ, ਦੇਸ਼ ਦਾ ਭਵਿੱਖ, ਫਿਊਚਰ ਜਿਹੜਾ ਹੈ ਬ੍ਰਾਈਟ, ਉਹ ਟਿਕਿਆ ਹੁੰਦਾ ਹੈਗਾ ਆ। ਸੋ ਜੀ ਅਸੀਂ ਗੱਲ ਕਰੀਏ ਸੇਵਾ ਦੀ ਜੀ, ਸਾਨੂੰ ਗੁਰੂ ਸਾਹਿਬਾਨਾਂ ਨੇ ਦੇਖੋ ਸਿਖਾਇਆ ਕਿ ਗੁਰਦੁਆਰਾ ਤੁਹਾਡੀ ਜਿਹੜੀ ਹੈ ਇੱਕ ਟ੍ਰੇਨਿੰਗ ਹੈ। ਗੁਰਦੁਆਰੇ ਅਸੀਂ ਕੀ ਕਰਦੇ ਹਾਂ, ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹਾਂ। ਛੋਟੇ ਛੋਟੇ ਬੱਚੇ ਤੁਸੀਂ ਦੇਖਿਆ ਹੋਣਾ, ਪ੍ਰਸ਼ਾਦੇ ਦੀ ਸੇਵਾ ਕਰਦੇ ਆ, ਪਾਣੀ ਲੈ ਕੇ ਜਾਂਦੇ ਆ, ਹਨਾ। ਆਪਣਾ ਇੰਨਾ ਭਾਰ ਨਹੀਂ ਹੁੰਦਾ ਜਿੰਨਾ ਕਈ ਵਾਰ ਉਹਨਾਂ ਨੇ ਪ੍ਰਸ਼ਾਦੇ ਵਾਲਾ ਉਹ ਥਾਲ ਚੱਕਿਆ ਹੁੰਦਾ ਜੀ, ਹਨਾ। ਸੋਹਣੇ ਵੀ ਲੱਗਦੇ ਆ ਸੇਵਾ ਕਰਦੇ। ਕਹਿਣ ਦਾ ਮਤਲਬ ਉਹ ਉਹਨਾਂ ਦੀ ਇੱਕ ਸਕੂਲਿੰਗ ਹੈ ਸੇਵਾ ਦੇ ਲਈ, ਹਨਾ ਜੀ। ਪਰ ਗੁਰੂ ਸਾਹਿਬ ਨੇ ਸਾਨੂੰ ਨਾਲ ਇਹ ਵੀ ਦੱਸਿਆ ਸੀ ਕਿ ਸਾਰੀ ਉਮਰ ਸਿਰਫ ਤੁਸੀਂ ਰਿਸਟ੍ਰਿਕਟਡ ਨਹੀਂ ਰਹਿਣਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸੇਵਾ ਨਹੀਂ ਕਰਨੀ ਤੁਸੀਂ ਸਾਰੀ ਉਮਰ, ਹਨਾ। ਉਹ ਤੇ ਕਰਨੀ ਹੀ ਕਰਨੀ ਹੈ ਜਦੋਂ ਤੁਹਾਡੇ ਕੋਲ ਟਾਈਮ ਹੈ, ਬਟ ਨਾਲ ਜਿਹੜਾ ਮੇਨ ਐਸਪੈਕਟ ਹੈਗਾ ਆ, ਟ੍ਰੇਨਿੰਗ ਤੁਸੀਂ ਇੱਥੇ ਲੈਣੀ ਹੈ। ਸੇਵਾ ਅਸਲੀ ਤੁਹਾਡੀ ਜਿਹੜੀ ਹੈਗੀ ਹੈ ਉਸ ਤੁਸੀਂ ਸਮਾਜ ਦੇ ਵਿੱਚ ਕਰਨੀ ਹੈ। ਤੇ ਗੁਰੂ ਸਾਹਿਬਾਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਲਾਈਫ ਟਾਈਮ ਦੇ ਵਿੱਚ ਉਹ ਸਾਨੂੰ ਜੀ ਕੇ ਵੀ ਦੱਸਿਆ। ਚਾਹੇ ਉਹ ਗੁਰੂ ਨਾਨਕ ਦੇਵ ਜੀ ਸੀ, ਚਾਹੇ ਕਿਹੜੇ ਵੀ ਗੁਰੂ ਸਾਹਿਬ ਦੀ ਅਸੀਂ ਗੱਲ ਕਰ ਲਈਏ, ਕਹਿ ਲਓ ਵੀ ਫ੍ਰੀ ਮੈਡੀਕਲ ਕਹਿ ਲਓ ਫੈਸਿਲਿਟੀਜ਼ ਵੀ ਸਾਡੇ ਗੁਰੂ ਸਾਹਿਬਾਨਾਂ ਨੇ ਚਲਾਈਆਂ, ਜਿਹੜੀਆਂ ਕਿ ਬੜੀਆਂ ਰੇਅਰ ਹੁੰਦੀਆਂ ਸੀ ਉਸ ਵਕਤ, ਹਨਾ ਜੀ। ਸੋ ਗੱਲ ਇਹ ਹੈ ਵੀ ਇਹ ਸੇਵਾ, ਸਾਨੂੰ ਇਹ ਕਨਸੈਪਟ ਵੀ ਸਮਝਣਾ ਪੈਣਾ ਕਿ ਸਿਰਫ ਗੁਰੂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰਨੀ ਬਹੁਤ ਚੰਗੀ ਗੱਲ ਹੈ, ਬੱਚਿਆਂ ਨੂੰ ਵੀ ਨਾਲ ਲੈ ਕੇ ਜਾਣਾ ਚਾਹੀਦਾ, ਸੇਵਾ ਕਰਨੀ ਚਾਹੀਦੀ ਹੈ। ਪਰ ਗੱਲ ਇਹ ਹੈ, ਨਾਲ ਇੱਕ ਵੱਡਾ ਐਸਪੈਕਟ ਜ਼ਿੰਦਗੀ ਦਾ, ਟ੍ਰੇਨਿੰਗ ਲੈ ਕੇ ਤੇ ਸਮਾਜ ਦੇ ਵਿੱਚ ਅਸੀਂ ਲੋਕਾਂ ਦੀ ਕਿੱਦਾਂ ਹੈਲਪ ਕਰ ਸਕਦੇ ਹਾਂ, ਹਨਾ। ਕਿਉਂਕਿ ਜਦੋਂ ਅਸੀਂ ਗੁਰਦੁਆਰੇ 'ਚ ਸੇਵਾ ਕਰਦੇ ਹਾਂ ਨਾ, ਸਾਨੂੰ ਸਿਖਾਇਆ ਜਾਂਦਾ ਕਿ ਉੱਥੇ ਨਿਮਰਤਾ ਦੇ ਨਾਲ ਸੇਵਾ ਕਰਨੀ ਹੈਗੀ ਹੈ। ਉਹ ਗੁਣ, ਕਿਉਂਕਿ ਉਹ ਸੇਵਾ ਦੇ ਉਹ ਗੁਣ ਹੋਣੇ ਚਾਹੀਦੇ ਹੈ। ਸੇਵਾ ਦੇ ਵਿੱਚ ਹੋਮੇ ਨਹੀਂ ਹੋਣੀ ਚਾਹੀਦੀ, ਹਨਾ। ਨਹੀਂ ਤਾਂ ਫਿਰ ਉਹ ਗੱਲ ਹੋ ਜਾਂਦੀ ਹੈ, ਮੱਤ ਥੋੜੀ ਸੇਵ ਗਵਾਈ ਹੈ। ਇਸੇ ਕਰਕੇ ਗੁਰਦੁਆਰੇ ਦੀ ਟ੍ਰੇਨਿੰਗ ਜ਼ਰੂਰੀ ਹੈ ਕਿ ਬੇਸਿਕਸ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਸੇਵਾ ਦੇ। ਨਹੀਂ ਤਾਂ ਫਿਰ ਜੇ ਸੇਵਾ ਤੁਸੀਂ ਬਾਹਰ ਕਰੋਗੇ ਪਰ ਬੇਸਿਕਸ ਤੁਹਾਡੇ ਕਲੀਅਰ ਨਹੀਂ ਹੋਣਗੇ, ਕਿ ਕਿੰਨਾ ਕਹਿੰਦੇ ਆ ਨਾ ਕਿ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੋ ਉਹ ਨਿਮਾਣਤਾ ਹੋਣੀ ਉਹ ਬਹੁਤ ਜ਼ਰੂਰੀ ਹੈ। ਆਪਣਾ ਭਾਵ ਨਹੀਂ ਹੋਣਾ, ਗੁਰੂ ਦਾ ਹੀ ਸ਼ੁਕਰਾਨਾ ਕਰਨਾ ਉਹ ਜ਼ਰੂਰੀ ਹੈ। ਹਲੀਮੀ ਬਹੁਤ ਜ਼ਰੂਰੀ ਹੈ, ਤਾਂ ਹੀ ਉਹ ਸੇਵਾ ਕਹਿ ਲਓ ਸਫਲ ਮੰਨੀ ਜਾਏਗੀ, ਹਨਾ ਜੀ। ਸੋ ਸਮਾਜ ਦੇ ਵਿੱਚ ਆ ਕੇ ਜਿਹੜੀ ਅਸੀਂ ਸੇਵਾ ਕਰਨੀ ਹੈ ਟ੍ਰੇਨਿੰਗ ਲੈ ਕੇ, ਉਹ ਤੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਉਹਦੇ ਤੇ ਸਾਡਾ ਇੱਕ ਕਹਿ ਲਓ ਅਸੀਂ ਦੇਖਦੇ ਹਾਂ ਵਰਲਡ ਵਾਈਡ ਸਾਡੀ ਇੱਕ ਇਮੇਜ ਬਣੀ ਹੈ, ਹਨਾ ਜੀ। ਸੰਸਥਾਵਾਂ ਦੀ ਹੁਣ ਵੱਡੀਆਂ ਐਡਵਾਂਸਡ ਡਿਵੈਲਪਡ ਕੰਟਰੀਜ਼ ਵੀ ਰਿਕੋਗਨਾਈਜ਼ ਕਰਦੀਆਂ ਨੇ ਕਿ ਕੋਈ ਹੈ, ਕੋਈ ਜਿਹੜੇ ਕਿ ਔਖੇ ਤੇ ਔਖੇ ਸਮੇਂ ਦੇ ਵਿੱਚ ਵੀ ਜਿਹੜਾ ਕਹਿ ਲਓ ਵੀ ਇਸ ਕੰਮ ਤੋਂ ਪਿੱਛੇ ਨਹੀਂ ਆਉਂਦੇ, ਸਗੋਂ ਐਕਚੁਅਲੀ ਉਹ ਕਹਿ ਲਓ ਵੀ ਉਹ ਬਾਉਂਸ ਹੋ ਕੇ ਬਾਹਰ ਆਉਂਦੇ ਨੇ ਔਖੇ ਤੋਂ ਔਖੇ ਸਮੇਂ 'ਚ। ਜਿੱਥੇ ਲੋਕ ਘਰਾਂ 'ਚ ਵੜ ਜਾਂਦੇ ਨੇ, ਉੱਥੇ ਇਹ ਲੋਕ ਨੇ ਜਿਹੜੇ ਕਿ ਬਾਹਰ ਆਉਂਦੇ ਨੇ, ਸੇਵਾ ਕਰਦੇ ਨੇ, ਹਨਾ ਜੀ। ਇਹ ਇੱਕ ਕਨਸੈਪਟ ਹੈਗਾ ਆ, ਕੀ ਕਹਿਣਾ ਚਾਹੋਗੇ? ਦੇਖੋ ਜੀ, ਅਸਲੀ ਸੇਵਾ ਜੇ ਨਿਸ਼ਕਾਮਤਾ ਨਹੀਂ ਨਾ ਵਿੱਚ ਹੈਗੀ ਜੀ, ਤੇ ਉਹ ਸੇਵਾ ਨਹੀਂ ਹੈਗੀ, ਉਹ ਕੁਰਸੀ ਦੀ ਲੜਾਈ ਹੈ ਜੀ, ਜੋ ਕਿ ਮੈਜੋਰਿਟੀ ਅੱਜ ਕੱਲ ਇਹੋ ਹੀ ਹੋ ਰਿਹਾ ਹੈ ਨਾ ਜੀ। ਸੇਵਾ ਅਸਲੀ ਜੋ ਮੇਰਾ ਆਪਣਾ ਐਕਸਪੀਰੀਅੰਸ ਰਿਹਾ ਕਿ ਮੈਂ ਹਮੇਸ਼ਾ ਲਾਈਫ ਦੇ ਵਿੱਚ, ਮੇਰਾ ਜਿੱਥੇ ਜੌਬ ਵੀ ਕੀਤੀ ਹੈ, ਜਿੱਥੇ ਮੈਨੂੰ ਲੱਗਾ ਕਿ ਕੋਈ ਵੀ ਕੰਮ ਮੇਰੇ ਨਾਲੋਂ ਕੋਈ ਵਧੀਆ ਕਰ ਸਕਦਾ, ਮੈਂ ਹਮੇਸ਼ਾ ਉਹਨਾਂ ਨੂੰ ਪ੍ਰਮੋਟ ਕੀਤਾ ਕਿ ਤੁਸੀਂ ਅੱਗੇ ਆਓ, ਆਪ ਪਿਛਲੀ ਸੀਟ ਤੇ ਚਲ ਗਏ।
ਸੋ ਕਿਤੇ ਵੀ ਜਿੱਥੇ ਵੀ ਸੇਵਾ ਤੁਹਾਨੂੰ ਲੱਗਦਾ ਕਿ ਹਾਂ, ਕਿਉਂਕਿ ਸੇਵਾ ਕਈ ਤਰ੍ਹਾਂ ਦੀ ਹੁੰਦੀ ਹੈ। ਦੇਖੋ ਹੁਣ ਆ ਜਿਹੜਾ COVID-19 ਦਾ ਇਸ਼ੂ ਹੋਇਆ, ਇਹਦੇ ਵਿੱਚ ਸਾਡਾ ਜਿਹੜੀ ਲੰਗਰ ਸੇਵਾ ਇਹਨੂੰ ਸਭ ਤੋਂ ਜ਼ਿਆਦਾ ਐਕਸਪੋਜ਼ਰ ਮਿਲਿਆ। ਜੀ ਬਿਲਕੁਲ। ਪੂਰੀ ਦੁਨੀਆ ਦੇ ਵਿੱਚ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਇਹ ਸਿੱਖਾਂ ਦੇ ਵਿੱਚ ਜਿਹੜੀ ਲੰਗਰ ਸੇਵਾ ਦੀ ਪਰੰਪਰਾ ਹੈ ਕੀ ਚੀਜ਼ ਹੈ, ਜੀ ਕਿੰਨੀ ਇਹਦੇ ਚ ਨਿਸ਼ਕਾਮਤਾ ਹੈ, ਤੇ ਕਿੰਨਾ ਇਹਦੇ ਚ ਕੋਈ ਭੇਦਭਾਵ ਵਾਲੀ ਗੱਲ ਨਹੀਂ, ਇਕੁਐਲਿਟੀ ਹੈ, ਪ੍ਰੋਪਰ ਜੀ ਹੈ, ਕੋਈ ਇਸ ਤਰ੍ਹਾਂ ਦਾ ਊਚ ਨੀਚ ਵਾਲਾ ਕੰਮ ਨਹੀਂ ਹੈਗਾ ਵਿੱਚ, ਹਨਾ। ਜੀ ਬਿਲਕੁਲ ਜੀ। ਤੋ ਇਸ ਤਰ੍ਹਾਂ ਦੇ ਜਿਹੜੇ ਸੇਵਾ ਦੇ ਹੋਰ ਕਨਸੈਪਟ ਹੈ ਕਿ ਤੁਸੀਂ ਕੋਈ ਕਿਸੇ ਐਕੈਡੈਮਿਕ ਲੈਵਲ ਤੇ ਸੇਵਾ ਕਰ ਰਹੇ ਹੋ, ਜਿਸ ਤਰ੍ਹਾਂ ਕੋਈ ਗੁਰੂ ਘਰਾਂ ਦਾ ਪ੍ਰਬੰਧ ਸਮਝ ਲਓ ਕਿ ਮੁੱਖ ਸਭਾ ਦਾ ਸੇਵਾਦਾਰ ਹੋ ਤੁਸੀਂ, ਉਹਦੇ ਜੀ ਸਾਡਾ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਸੇਵਾ ਨੂੰ ਜੱਫਾ ਪਾ ਕੇ ਬਹਿ ਜਾ। ਜੀ ਬਿਲਕੁਲ ਲੱਗਦਾ ਕਿ ਮੇਰੇ ਨਾਲੋਂ ਵਧੀਆ ਕਾਬਲੀਅਤ ਵਾਲਾ ਕੋਈ ਬੰਦਾ ਵੇਟ ਕਰ ਰਿਹਾ ਉਹ ਸੇਵਾ ਕਰਨ ਲਈ, ਜੀ ਉਹ ਉਹਨੂੰ ਸੇਵਾ ਦੇ ਕੇ ਆਪ ਜਿਹੜੀ ਤੁਹਾਨੂੰ ਹੋਰ ਕੋਈ ਚੰਗੀ ਲੱਗਦੀ ਉਹ ਕਰ ਲਓ। ਜੀ ਜਦੋਂ ਇਹ ਨਿਸ਼ਕਾਮਤਾ ਸਾਡੇ ਚ ਆ ਜਾਏਗੀ ਨਾ, ਫਿਰ ਸਮਝ ਲਓ ਕਿ ਜੋ ਸਾਡੀ ਟ੍ਰੇਨ ਜਿਸ ਰਾਹ ਤੇ ਸਪੀਡ ਨਾਲ ਜਾਣੀ ਚਾਹੀਦੀ ਹੈ ਸਿੱਖੀ ਦੀ ਕੌਮ ਦੀ, ਜੀ ਜੀ ਉੱਥੇ ਚੱਲ ਪਏਗੀ ਫਿਰ ਉਹ। ਜੀ ਬਿਲਕੁਲ ਜੀ ਬਿਲਕੁਲ ਜੀ। ਅਰਵਾਲ ਜੀ, ਵੈਸੇ ਵੀ ਜਿਹੜਾ ਕਿ ਸੇਵਾ ਲਫ਼ਜ਼ ਹੈ ਜੀ, ਹੈ ਨਾ ਜੀ, ਇਹ ਬਹੁਤ ਆਪਣੇ ਆਪ 'ਚ ਵਿਸ਼ਾਲ ਇੱਕ ਲਫ਼ਜ਼ ਹੈਗਾ, ਜਿਹਨੂੰ ਕਿ ਸਾਨੂੰ ਬੜੀ ਸਮਝਣ ਦੀ ਤੇ ਕਲੈਰਿਟੀ ਦੀ ਲੋੜ ਹੈਗੀ ਹੈ। ਕਿਉਂਕਿ ਕੋਈ ਵੀ ਬੰਦਾ ਹੁਣ ਕਿਸੇ ਵੀ ਫੀਲਡ ਦੇ ਵਿੱਚ ਹੈ, ਕੋਈ ਵੀ ਉਹਦਾ ਕਰਾਫਟ ਹੈ, ਕੋਈ ਵੀ ਉਹਦੀ ਸਕਿੱਲ ਹੈ, ਉਹ ਆਪਣੀ ਸਕਿੱਲ ਦੇ ਨਾਲ ਹੀ ਸੇਵਾ ਕਰ ਸਕਦਾ। ਕਹਿਣ ਦਾ ਮਤਲਬ ਕਿ ਹਨਾ ਜੀ, ਕਈ ਵਾਰ ਇਨਸਾਨ ਕਹਿੰਦੇ ਆ ਨਾ ਕਿ ਅਸੀਂ ਸੇਵਾ ਕਿੱਦਾਂ ਕਰੀਏ, ਅਸੀਂ ਆਪਣੇ ਕਰਾਫਟ ਵਿੱਚ ਆਪਣੇ ਕੰਮ 'ਚ ਬਿਜ਼ੀ ਆ। ਕੋਈ ਵੀ ਕੰਮ ਹੋਵੇ, ਉਹਦਾ ਕੁਛ ਨਾ ਉਹਨੂੰ ਉਸ ਸਕਿੱਲ ਨੂੰ ਵੀ ਸੇਵਾ ਦੇ ਤੌਰ ਤੇ ਵਰਤਿਆ ਜਾ ਹੀ ਸਕਦਾ, ਚਾਹੇ ਉਹ ਕੋਈ ਵੀ ਕੌਮ ਹੋਵੇ, ਕੋਈ ਵੀ ਕਮਿਊਨਿਟੀ ਹੋਵੇ। ਕੋਈ ਮਤਲਬ ਸੇਵਾ ਦਾ ਇੱਕ ਬਹੁਤ ਵੱਡਾ ਵਿਸ਼ਾਲ ਇੱਕ ਮੀਨਿੰਗ ਹੈ। ਕੌਮ ਦੇ ਵਿੱਚ ਤਾਂ ਹੈ ਹੀ ਹੈ ਕਿ ਜੇ ਕੋਈ ਪੜ੍ਹਿਆ ਲਿਖਿਆ, ਕੋਈ ਆਰਕੀਟੈਕਟ ਹੈ, ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਪੋਲੀਟੀਸ਼ੀਅਨ ਹੈ, ਉਹ ਆਪਣੇ ਤਰੀਕੇ ਦੇ ਨਾਲ ਜਿਸ ਪੋਜੀਸ਼ਨ ਤੇ ਵੀ ਜਿਸ ਕਾਬਲੀਅਤ ਉਹ ਰੱਖਦੇ ਨੇ, ਉਹਦੇ ਆਪਣੀ ਸੇਵਾ 'ਚ ਕੋਈ ਕਮੀ ਨਹੀਂ ਛੱਡੀ। ਹਾਂਜੀ, ਅਸੀਂ ਉਹ ਪੋਜ਼ਿਟਿਵ ਚੀਜ਼ ਨੂੰ ਇਗਨੋਰ ਨਹੀਂ ਕਰਦੇ ਕਿ ਜੇ ਅੱਜ ਜਿੱਥੇ ਵੀ 5 ਪਰਿਵਾਰ ਗਏ ਨੇ ਉੱਥੇ ਗੁਰੂ ਘਰ ਉਸਾਰ ਲੈਣਾ ਜਾ ਕੇ, ਜੀ ਕਦੀ ਕੋਈ ਏਦਾਂ ਭੇਦਭਾਵ ਹੀ ਨਹੀਂ ਕਰਨਾ, ਜਿਸ ਕੰਟਰੀ 'ਚ ਮਰਜ਼ੀ ਜਾ ਕੇ ਬਸ ਗਏ ਜੀ। ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਵਨਨੈਸ ਵਾਲੀ ਸੋਚ ਹੈ, ਉਹਦੀ ਹੀ ਬਰਕਤ ਹੈ ਉਹ ਜੀ। ਪਰ ਇਹ ਜਿਸ ਚੀਜ਼ ਦੇ ਨਾਲ ਅੱਗੇ ਹੋਰ ਫੈਲਣੀ ਚਾਹੀਦੀ ਸੀਗੀ, ਤੇ ਜੋ ਸਾਡੀ ਕੌਮ ਨੂੰ ਇੱਕ ਤਰ੍ਹਾਂ ਦਾ ਕੌਮ ਤੇ ਇੰਨਾ ਜ਼ੁਲਮ ਹੋਇਆ ਤੇ ਅਸੀਂ ਉਸ ਚੀਜ਼ ਵਿੱਚੋਂ ਨਹੀਂ ਨਿਕਲ ਸਕੇ, ਹਾਲੇ ਵੀ ਉਹਦਾ ਸਫ਼ਰ ਕਰ ਰਹੇ ਹਾਂ। ਇਹ ਜਿਹੜਾ ਸਾਰਾ ਜਿਹੜੀ ਇਸ ਵੇਲੇ ਕੌਮ ਦੀ ਪਿਕਚਰ ਹੈ, ਇਹ ਬੜੀ ਮਤਲਬ ਢਹਿੰਦੀ ਕਲਾ ਵਾਲੀ ਪਿਕਚਰ ਹੈ। ਪਰ ਇੰਡੀਵਿਜੂਅਲ ਲੈਵਲ ਤੇ ਇਸ ਤਰ੍ਹਾਂ ਦੀਆਂ ਪ੍ਰਮਾਤਮਾ ਨਾਲ ਜੁੜੀਆਂ ਹੋਈਆਂ ਆਤਮਾ ਨੇ, ਉਹ ਇਹਨਾਂ ਚੀਜ਼ਾਂ ਦਾ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਉਹ ਆਪਣੀ ਧੁਨ ਦੇ ਵਿੱਚ ਸੇਵਾ 'ਚ ਲੱਗੇ ਹੋਏ ਨੇ, ਆਪਣੀ ਧੁਨ 'ਚ ਸੇਵਾ ਕਰ ਰਹੇ ਨੇ, ਆਪਣੀ ਜੋ ਸੈਕਰੀਫਾਈਸ ਹੈ, ਜੋ ਗੁਰੂ ਨਾਨਕ ਦੇਵ ਜੀ ਦਾ ਰਾਹ ਹੈ ਕਿ ਤੁਹਾਡਾ ਜਿਹੜਾ ਹਰ ਇੱਕ ਇਨਸਾਨ ਦੇ ਅੰਦਰ ਇੱਕ ਜਿਹੜੀ ਆਤਮਾ ਨਾਂ ਦੀ ਚਿੱਪ ਹੈ ਨਾ, ਉਹ ਹਮੇਸ਼ਾ ਦੱਸਦੀ ਹੈ ਕਿ ਵਾਟ ਇਜ਼ ਰਾਈਟ ਐਂਡ ਵਾਟ ਇਜ਼ ਰੋਂਗ ਜੀ। ਉਹ ਜਿਹੜਾ ਧਰਮ ਦਾ ਹੈਗਾ ਜਾਂ ਪਾਥ ਆਫ ਰਾਈਟੀਅਸਨੈਸ, ਜਦੋਂ ਤੁਹਾਡੀ ਆਤਮਾ ਦੇ ਨਾਲ ਤੁਸੀਂ ਗੱਲ ਕਰਨ ਲੱਗ ਪਏ, ਆਤਮਾ ਨੇ ਜੋ ਤੁਹਾਨੂੰ ਸਹੀ ਰਸਤਾ ਦੱਸਿਆ ਉੱਤੇ ਤੁਰਨ ਲੱਗ ਪਏ, ਇਹ ਸਮਝ ਲਓ ਕਿ ਤੁਸੀਂ ਧਰਮ ਦੇ ਮਾਰਗ ਤੇ ਚੱਲ ਪਏ। ਪਰ ਹੁਣ ਤੇ ਇਸ ਤਰ੍ਹਾਂ ਹੈ ਕਿ ਅਸੀਂ ਆਤਮਾ ਤੇ ਜੇ ਕਿਸੇ ਨੂੰ ਦੱਸਣਾ ਹੋਵੇ ਆਤਮਾ ਕੀ ਹੁੰਦੀ ਹੈ, ਉਹ ਤੇ ਗੱਲਾਂ ਹੀ ਕੁਛ ਹੋਰ ਕਰੇਗਾ ਨਾ ਜੀ। ਆਤਮਾ ਦੀ ਆਵਾਜ਼ ਜਦੋਂ ਅਸੀਂ ਸਮਝਣ ਲੱਗ ਪਏ ਨਾ, ਤਾਂ ਸਮਝ ਲਓ ਅਸੀਂ ਗੁਰੂ ਨਾਨਕ ਦੇ ਰਾਹ ਤੇ ਚੱਲ ਪਏ। ਸੋ ਬਿਲਕੁਲ ਜੀ, ਜਿਹੜਾ ਆਪਣੇ ਆਪ ਨੂੰ, ਮਨ ਨੂੰ ਹੋਰ ਹਜ਼ਾਰਾਂ ਡਿਸਟਰੈਕਸ਼ਨਾਂ ਤੋਂ ਮੋੜ ਕੇ ਤੁਸੀਂ 5 ਕਿਲੋਮੀਟਰ 8000 ਸਟੈਪ ਵਾਹਿਗੁਰੂ ਕਰਕੇ ਘਰ ਨੂੰ ਆਓਗੇ ਸ਼ਾਮ ਨੂੰ, ਤਾਂ ਬਿਲਕੁਲ ਹੀ ਤੁਹਾਡਾ ਮਾਈਂਡ ਸੈਟ ਬਿਲਕੁਲ ਡਿਫਰੈਂਟ ਹੋਏਗਾ ਜੀ, ਬਿਲਕੁਲ ਡਿਫਰੈਂਟ ਜੀ। ਇਹ ਸੰਗਤਾਂ ਅੱਗੇ ਹੋਈ ਬੇਨਤੀ ਹੈ। ਤੇ ਤੁਸੀਂ ਜਿਹੜਾ ਆਪਣਾ ਬਹੁਤ ਵਧੀਆ ਇਹਦੇ 'ਚ ਗਾਣਾ ਜਿਹੜਾ ਲਿਖਿਆ, ਉਹ ਵੀ ਅਸੀਂ ਕੱਲ੍ਹ ਤੋਂ ਵੋਕ ਦੇ ਨਾਲ ਹੀ ਲਾਂਚ ਕਰਾਂਗੇ, ਤੇ ਪ੍ਰੋਗਰਾਮ ਦੇ ਵਿੱਚ ਵੀ ਸੰਗਤਾਂ ਨੂੰ ਦੱਸਣਾ। ਉਹਦੇ ਬਾਰੇ ਵੀ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਹਰ ਕਦਮ ਲੇਖੇ ਲੱਗਦਾ ਹੈ ਸੰਗਤ ਦਾ। ਸੋ ਇਹ ਬਹੁਤ ਹੀ, ਇਹ ਵੀ ਗੁਰਬਾਣੀ ਦੇ ਵਿੱਚੋਂ ਹੀ ਹੈ ਕਿ ਮਿਲ ਸਤ ਸੰਗਤ ਖੋਜ ਦਿਸਾਈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਵਾਕਿਆ ਇਹ ਕਦਮ ਲੇਖੇ ਲਾਉਣ ਵਾਲਾ ਕੰਮ ਹੈ। ਜਦੋਂ ਦੁਨੀਆ ਦੇ ਵਿੱਚੋਂ ਅਸੀਂ 28000 ਕਿਲੋਮੀਟਰ ਹਜ਼ਾਰਾਂ ਦੀ ਸੰਗਤਾਂ ਦੇ ਵਿੱਚ ਇਹ ਅਰਦਾਸ ਹੋਏਗੀ ਜੀ, ਤੇ ਉਹ ਜਿਹੜਾ ਜਦੋਂ ਲੇਖੇ ਲੱਗ ਗਿਆ ਤਾਂ ਉਹਦਾ ਫਲ ਹੈ ਜੋ ਉਹ ਹਰ ਇੱਕ ਜੋ ਪਾਰਟਿਸਿਪੇਟ ਕਰਨੇ ਵਾਲਾ ਉਹ ਆਪਣੇ ਆਪ ਹੀ ਇਹਦਾ ਆਨੰਦ ਸਮਝੇ ਜੀ। ਜੀ ਬਿਲਕੁਲ ਜੀ। ਦੋਸਤੋ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਬੜਾ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਿਹਾ, ਲੱਕੀ ਮਹਿਸੂਸ ਕਰ ਰਿਹਾ ਕਿ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀਗੀ ਕਿ ਇਸ ਜਿਹੜੇ ਇਹ ਵਾਕ ਟੂ ਸੇਵ ਹੈਗਾ ਆ, ਚੈਰਿਟੀ ਇਵੈਂਟ ਹੈਗਾ ਆ,
ਗੁੱਡ ਕਾਜ਼ ਦੇ ਲਈ ਬਹੁਤ ਵਧੀਆ ਇੱਕ ਈਵੈਂਟ ਹੈਗਾ, ਉਪਰਾਲਾ ਹੈਗਾ ਆ। ਤਾਂ ਇਹਦੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਸੀਗੀ ਕਿ ਇਹਦੇ ਤੇ ਮੈਂ ਗੀਤ ਲਿਖਾਂ ਤੇ ਗੀਤ ਗਾਵਾਂ ਤੇ ਉਹਦਾ ਮਿਊਜ਼ਿਕ ਵੀ ਆਪਾਂ ਬਣਾਉਣਾ ਸੀ। ਸੋ ਉਹਦੇ ਲਈ ਮੇਰੇ ਦਿਮਾਗ ਦੇ ਵਿੱਚ ਇਹੀ ਲਾਈਨ ਆਈ ਸੀ, ਹਰ ਕਦਮ ਕਦਮ ਲੇਖੇ, ਹਰ ਕਦਮ ਕਦਮ ਲੇਖੇ ਲੱਗਦਾ ਹੈ ਸੰਗਤ ਦਾ। ਕਿਉਂਕਿ ਵਾਕ ਦੀ ਗੱਲ ਹੈ, ਇੱਕ ਇੱਕ ਕਦਮ ਦੇ ਨਾਲ ਵਾਕ ਹੋਣੀ ਹੈਗੀ ਹੈ ਤੇ ਰਾਈਟ ਡਾਇਰੈਕਸ਼ਨ ਦੇ ਵਿੱਚ ਮੈਨੂੰ ਲੱਗਿਆ ਕਿ ਇਹ ਵਾਕ ਹੈਗੀ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਦਾ ਫਿਊਚਰ ਸਵਾਰਨ ਲਈ, ਕਿਸੇ ਦੇ ਲਈ ਕੁਝ ਕਰਦੇ ਹੋ, ਉਹ ਕਦੇ ਗਲਤ ਨਹੀਂ ਹੋ ਸਕਦਾ। ਆਪਣੇ ਲਈ ਕੀਤਾ ਹੋਇਆ ਕੰਮ ਗਲਤ ਹੋ ਸਕਦਾ, ਪਰ ਜਦੋਂ ਤੁਹਾਨੂੰ ਪਤਾ ਆ ਕਿ ਪੋਜ਼ਿਟਿਵ ਇੰਪੈਕਟ ਕੀ ਪੈਣਾ ਹੈਗਾ ਆ, ਕਿੱਥੇ ਇਹ ਸਾਰੀ ਸੇਵਾ ਲੱਗਣੀ ਹੈਗੀ ਹੈ, ਤਾਂ ਉਹ ਚੀਜ਼ ਦਾ ਇੰਪੈਕਟ ਗਲਤ ਨਹੀਂ ਹੋ ਸਕਦਾ। ਤੇ ਇਸ ਗੀਤ ਦਾ ਪਰਪਸ ਇਹ ਜਿਹੜਾ ਚੈਰਿਟੀ ਇਵੈਂਟ ਹੈਗਾ ਜਾਂ ਵਾਕ ਟੂ ਸੇਵ, ਇਹਨੂੰ ਪ੍ਰਮੋਟ ਕਰਨਾ ਹੈਗਾ ਆ। ਮੈਂ ਮਤਲਬ ਇਹ ਸੋਚ ਕੇ ਲਿਖਿਆ ਸੀ, ਇੱਕ ਤਾਂ ਦਿਮਾਗ ਦੇ ਵਿੱਚ ਫਿਲੋਸਫੀ ਸੀਗੀ ਗੁਰੂ ਨਾਨਕ ਦੇਵ ਜੀ ਦੀ ਕਿ ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ। ਇਹ ਫਿਲੋਸਫੀ ਨੂੰ ਥੋੜਾ ਹੋਰ ਵਿਚਾਰਿਆ, ਥੋੜਾ ਹੋਰ ਪੜ੍ਹਿਆ ਤੇ ਫਿਰ ਇਹ ਗੀਤ ਬਣਾਇਆ। ਤੇ ਫਿਰ ਇਸ ਤਰ੍ਹਾਂ ਦੀ ਇਹਦੀ ਕੰਪੋਜੀਸ਼ਨ ਬਣਾਈ ਹੈਗੀ ਹੈ ਕਿ ਤਾਂ ਕਿ ਜਿਹੜਾ ਕਹਿ ਲਓ ਇੱਕ ਐਂਥੂਸੀਆਜ਼ਮ ਆਵੇ ਬੰਦੇ ਦੇ ਵਿੱਚ, ਇੱਕ ਮੋਟੀਵੇਸ਼ਨਲ ਗੀਤ ਬਣਾਉਣ ਦੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਤੁਹਾਨੂੰ ਇਹ ਪਸੰਦ ਆਏਗਾ। ਤੇ ਇਹ ਗੀਤ ਇਸ ਐਪੀਸੋਡ ਦੇ ਵਿੱਚ ਹੁਣ ਤੁਹਾਨੂੰ ਦਿਖਾਇਆ ਵੀ ਜਾਏਗਾ ਵਿਦ ਵੀਡੀਓ, ਤੁਹਾਡੇ ਨਾਲ ਸਾਂਝ ਪਾਈ ਜਾਏਗੀ। हज़ार किलोमीटर तुरया बाबा नानक, मुखों निकले बोल बाणी हीरा मोती माणक। किसे लोड़वंद लई कुछ करके ही मिलदा एहसास ठंडक दा। हर कदम कदम लेखे, हर कदम कदम लेखे, हर कदम कदम लेखे लगदा ए संगत दा। हर कदम कदम लेखे, हर कदम कदम लेखे, हर कदम कदम लेखे लगदा ए संगत दा। किरत करो वंड के छकियो सारे, फेर ना कदे आउणगे अख चों हंझू खारे। ओ तुर ना दस गया सी हक ते सच दे राते, जो गुरु गुरंगद दा। हर कदम कदम लेखे, हर कदम कदम लेखे, हर कदम कदम लेखे लगदा ए संगत दा। हर कदम कदम लेखे, हर कदम कदम लेखे, हर कदम कदम लेखे लगदा ए संगत दा। कीते सच्चे सौदे ते तोलिया तेरा तेरा, तेरा इको नाम बाबा बब्बर लई बथेरा। बाकी लंगरां दे वांग हुण समा हो गया है विद्या दे लंगर दा। हर कदम कदम लेखे, हर कदम कदम लेखे, हर कदम कदम लेखे लगदा ए संगत दा। हर कदम कदम लेखे, हर कदम कदम लेखे, हर कदम कदम लेखे लगदा ए संगत दा। हर कदम कदम लेखे, हर कदम कदम लेखे, हर कदम कदम लेखे लगदा ए संगत दा। ਸੋ ਬੇਸਿਕਲੀ ਗੱਲ ਇਹ ਹੈ ਕਿ ਮੈਂ ਲੱਕੀ ਹਾਂ ਜੀ ਕਿ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਇਸ ਈਵੈਂਟ ਦੇ ਵਿੱਚ ਆਪਣਾ ਕੋਈ ਨਾ ਕੋਈ ਯੋਗਦਾਨ ਪਾ ਸਕਾਂ। ਜਿਸ ਤਰ੍ਹਾਂ ਚਲੋ ਗੀਤ ਲਿਖਣੇ ਜਾਂ ਪੋਇਮਸ ਲਿਖਣੀ ਜਾਂ ਇਹ ਲਿਖਣ ਦਾ ਮੈਨੂੰ ਸ਼ੌਂਕ ਹੈਗਾ। ਸੋ
ਇਹ ਮੈਂ ਸਕਿੱਲ ਜਿਹੜੀ ਕਹਿ ਲਓ ਇੱਧਰ ਯੂਜ਼ ਕੀਤੀ ਹੈਗੀ ਆ ਜੀ। ਅਟਵਾਲ ਜੀ ਗੱਲ ਇਹ ਆ ਜਾਂਦੀ ਹੈ ਕਿ ਜਦੋਂ ਹੁਣ ਐਜੂਕੇਸ਼ਨ ਕਹਿ ਲਓ ਵੀ ਉਹਦਾ ਮਿਆਰ ਥੱਲੇ ਚਲਾ ਜਾਂਦਾ ਹੈ ਨਾ ਜੀ। ਸੋ ਉਹਦੀ ਮੈਂ ਐਗਜ਼ਾਮਪਲ ਦੇਵਾਂ, ਜਦੋਂ ਪਾਣੀ ਵਗਦਾ ਹੁੰਦਾ ਹੈ ਜੀ, ਦਰਿਆ ਚੱਲਦਾ ਹੁੰਦਾ ਹੈਗਾ ਹੈ ਨਾ ਜੀ, ਤਾਂ ਉਹ ਵਧੀਆ ਪਾਣੀ ਹੁੰਦਾ ਆ, ਤਾਂ ਤੁਸੀਂ ਪਾਣੀ ਪੀ ਵੀ ਸਕਦੇ ਹੋ ਹੈਗੇ ਹੋ। ਪਰ ਜਦੋਂ ਪਾਣੀ ਦੇ ਵਿੱਚ ਖੜੋਤ ਆ ਜੇ ਹੈ ਨਾ ਜੀ, ਤਾਂ ਉੱਥੇ ਦੇਖੋ ਹਰਿਆਈ ਜੰਮਣੀ, ਬੂਟੀ ਜੰਮਣੀ, ਤੇ ਹੋਰ ਕਿਸ ਤਰ੍ਹਾਂ ਦਾ ਉਹ ਪਾਣੀ ਹੋ ਜਾਂਦਾ ਹੈ ਨਾ ਜੀ। ਉਹ ਸੁਭਾਵਿਕ ਹੀ ਹੈ। ਸੋ ਕਹਿਣ ਦਾ ਮਤਲਬ ਜਿੱਥੇ ਲੈਕ ਆਫ ਐਜੂਕੇਸ਼ਨ ਹੈ, ਉੱਥੇ ਹੁਣ ਦੇਖੋ ਕਿੰਨਾ ਕੁਛ, ਉੱਥੇ ਬੇਰੁਜ਼ਗਾਰੀ ਵੀ ਹੈ, ਚਾਹੇ ਉੱਥੇ ਫਿਰ ਹੁਣ ਪੜ੍ਹੇ ਲਿਖੇ ਵੀ ਹੈ ਪਰ ਬੇਰੁਜ਼ਗਾਰੀ ਵੀ ਹੈ। ਬਟ ਫਿਰ ਵੀ ਕਿਤੇ ਨਾ ਕਿਤੇ ਫਿਰ ਉਹ ਸਾਡੇ ਸਰਕਾਰਾਂ ਦਾ ਵੀ ਉੱਥੇ ਰੋਲ ਆ ਜਾਂਦਾ ਕਿ ਓਪਰਚੁਨਿਟੀਆਂ ਕਿਸ ਤਰ੍ਹਾਂ ਕ੍ਰੀਏਟ ਕਰਨੀਆਂ ਹੈਗੀਆਂ ਜੀ। ਤੇ ਐਜੂਕੇਸ਼ਨ ਦੀ ਜੀ ਗੱਲ ਕਰੀਏ ਵੀ ਲੈਕ ਆਫ ਐਜੂਕੇਸ਼ਨ ਕਰਕੇ ਦੇਖੋ, ਐਜੂਕੇਸ਼ਨ ਹੋ ਜਾਏਗੀ, ਵੈਲਿਊ ਬੇਸਡ ਐਜੂਕੇਸ਼ਨ ਹੋ ਜਾਏਗੀ, ਤਾਂ ਆਈ ਥਿੰਕ ਨਸ਼ਿਆਂ ਦੀ ਪ੍ਰੋਬਲਮ ਹੈ ਜਾਂ ਸਮਾਜ ਦੀਆਂ ਕਿੰਨੀਆਂ ਹੀ ਕੁਰੀਤੀਆਂ ਹੈਗੀਆਂ ਨੇ ਹੈ ਨਾ ਜੀ, ਜਿਹੜੀਆਂ ਕਿ ਇਕੱਲੀ ਐਜੂਕੇਸ਼ਨ ਇੱਕ ਐਸਾ ਟੂਲ ਹੈ ਕਿ ਉਹਦੇ ਨਾਲ ਦੂਰ ਕੀਤੀਆਂ ਜਾ ਸਕਦੀਆਂ। ਬਿਲਕੁਲ ਸਹੀ। ਹਨਾ ਜੀ, ਕੀ ਕਹਿਣਾ ਚਾਹੋਗੇ ਜੀ? ਹਰ ਇੱਕ ਪ੍ਰੋਗਰਾਮ ਦੇ ਵਿੱਚ ਦੱਸਦੇ ਆ ਕਿ ਐਜੂਕੇਸ਼ਨ 'ਚ ਸਾਡੀ ਇਸ ਵੇਲੇ ਹਰ ਇੱਕ ਸਿੱਖ ਦੀ ਨੰਬਰ 1 ਪ੍ਰਾਇੋਰਟੀ ਇਜ਼ ਗੁਰੂ ਗ੍ਰੰਥ ਸਾਹਿਬ ਜੀ। ਸੋ ਅਸੀਂ ਦੇਖੋ ਜਿਹੜੇ ਵਗਦੇ ਪਾਣੀਆਂ ਤੇ ਖੜੋਤ ਵਾਲੇ ਪਾਣੀਆਂ ਦਾ ਬਹੁਤ ਫਰਕ ਆ ਜੀ ਜੀ। ਇਹ ਆਪਣੀ ਜ਼ਿੰਦਗੀ ਨੂੰ ਇੱਕ ਵਗਦੇ ਪਾਣੀ ਵਰਗਾ ਆਨੰਦ ਵਿੱਚ ਮਹਿਸੂਸ ਕਰਨਾ, ਤਾਂ ਉਹਦਾ ਇੱਕੋ ਹੀ ਇੱਕ ਰਾਹ ਆ ਕਿ ਗੁਰਬਾਣੀ ਨਾਲ ਜੁੜੇ ਰਹੋ ਜੀ। ਇਹ ਇੱਕ ਐਸਾ ਖਜ਼ਾਨਾ ਹੈ, ਇੱਕ ਐਸਾ ਸਮੁੰਦਰ ਹੈ ਕਿ ਜਿੰਨੀਆਂ ਡੂੰਘੀਆਂ ਚੁੱਭੀਆਂ ਮਾਰੋਗੇ ਉਨਾ ਹੀ ਡੂੰਘਾ ਆਨੰਦ ਆ ਜੀ। ਸੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਜੇ ਅਸੀਂ ਸਿਰਫ 5 ਅੰਗ ਵੀ ਰੋਜ਼ ਦੇ ਪੜ੍ਹੀਏ, ਜੀ ਪਿਆਰ ਦੇ ਨਾਲ 5 ਅੰਗ ਪੜ੍ਹੀਏ, ਉਹਨਾਂ ਦੇ 5 ਅੰਗਾਂ ਚੋਂ ਜੇ ਸਾਨੂੰ ਇੱਕ ਪੰਕਤੀ, ਸਿਰਫ ਇੱਕ ਪੰਕਤੀ ਮੈਂ ਕਹਿ ਰਿਹਾ 5 ਅੰਗਾਂ ਚੋਂ, ਉਹ ਸਾਡੀ ਬੁੱਧੀ ਦੇ ਹਿਸਾਬ ਨਾਲ ਸਾਨੂੰ ਸਮਝ ਆ ਜਾਂਦੀ ਹੈ, ਤੇ ਤੁਹਾਡਾ ਪੂਰਾ 1 ਸਾਲ ਦੇ ਵਿੱਚ ਬੜਾ ਸੌਖਾ ਇੱਕ ਸਹਿਜ ਪਾਠ ਪੂਰਾ ਹੋ ਜਾਂਦਾ ਜੀ। ਤੇ ਫਿਰ ਜਦੋਂ ਤੁਸੀਂ ਇਸ ਰਾਹ ਤੇ ਤੁਰ ਪਏ, ਫਿਰ ਉਹ ਜਿਹੜਾ ਜੋ ਐਜੂਕੇਸ਼ਨ ਮਤਲਬ ਇਹ ਤੋਂ ਬਾਅਦ ਦੀ ਐਜੂਕੇਸ਼ਨ ਹੈ ਨਾ, ਇਹ ਸਟਾਰਟਿੰਗ ਆ। ਜੇ ਕਿਸੇ ਤਰ੍ਹਾਂ ਸਾਡਾ ਜਿਹੜਾ ਇਸੀ ਚੀਜ਼ ਕਰਕੇ ਅਸੀਂ ਸਾਡਾ ਜਿਹੜਾ ਸਾਰੀ ਐਫਰਟ ਇਸ ਪ੍ਰੋਗਰਾਮ ਦੀ ਇਸ ਚੀਜ਼ ਨੂੰ ਸਮਰਪਿਤ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਜੋ ਕਲਗੀਧਰ ਟਰੱਸਟ ਦਾ ਮਿਸ਼ਨ ਹੀ ਇਹੋ ਹੈ ਜੀ ਕਿ ਬੱਚਿਆਂ ਨੂੰ ਸਕੂਲ, ਪ੍ਰਾਇਮਰੀ ਸਕੂਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ, ਉਹਨਾਂ ਨੂੰ ਸਹਿਜ ਪਾਠ ਕਰਨ ਤੱਕ ਪਹੁੰਚਾ ਦੇਣਾ, ਨਿਤ ਬਣਾ ਦੇਣਾ, ਫਿਰ ਉਹ ਤੋਂ ਬਾਅਦ ਅਖੰਡ ਪਾਠੀ ਬਣਾ ਦੇਣਾ, ਕੀਰਤਨ ਦੇ ਨਾਲ ਜੋੜ ਦੇਣਾ ਜੀ। ਇਹ ਤੋਂ ਵੱਡੀ ਵਿੱਦਿਆ ਕੋਈ ਨਹੀਂ, ਕਿਉਂਕਿ ਇਹ ਵਿੱਦਿਆ ਤਾਂ ਤੁਹਾਡਾ ਮੈਨੂੰ ਲੱਗਦਾ ਇੱਕ ਦਿਨ ਦੇ ਵਿੱਚ ਇੱਕ 30 ਮਿੰਟ ਤੋਂ ਲੈ ਕੇ 45 ਮਿੰਟ ਜਾਂ 1 ਘੰਟਾ ਮੈਕਸੀਮਮ ਲਾ ਲਓ, ਹਨਾ ਜੀ। ਤੇ ਬਾਕੀ ਤਾਂ ਤੁਸੀਂ ਜੋ ਵੀ 7-8 ਘੰਟੇ ਤੇ ਉਹ ਦੁਨਿਆਵੀ ਐਕੈਡੈਮਿਕ ਜੋ ਵਿੱਦਿਆ ਉਹ ਪੜ੍ਹਨੀ ਹੈ ਜੀ। ਇਹ ਰਿਜ਼ਲਟ ਇਹ ਸ਼ੋ ਕਰ ਰਿਹਾ ਹੈ ਕਿ ਜਦੋਂ ਬੱਚਾ ਹੈ ਅਧਿਆਤਮਕ ਵਿੱਦਿਆ ਦੇ ਵਿੱਚ ਇੰਟਰਸਟ ਲੈਣ ਲੱਗ ਪੈਂਦਾ, ਤੇ ਉਹਦੀ ਜਿਹੜੀ ਐਕੈਡੈਮਿਕ IQ ਹੈ ਉਹ ਬਾਕੀਆਂ ਨਾਲੋਂ ਵਧੀਆ ਹੋ ਜਾਂਦਾ ਜੀ ਜੀ। ਸੋ ਇਹੋ ਹੀ ਇੱਕ ਕਾਰਨ ਹੈ ਕਿ ਮੈਜੋਰਿਟੀ ਆਫ ਜਿਹੜੇ ਰਿਜ਼ਲਟਸ ਅਕਾਲ ਅਕੈਡਮੀ ਦੇ ਆ ਰਹੇ, ਡਿਸਟ੍ਰਿਕਟ ਟੌਪਰਸ ਬਣ ਰਹੇ ਨੇ, ਉਹਨਾਂ ਦਾ ਬੇਸ ਹੀ ਇਹੋ ਐਜੂਕੇਸ਼ਨ ਹੈ ਜੀ ਜੀ। ਐਜੂਕੇਸ਼ਨ, ਧਰਮ ਦੀ ਐਜੂਕੇਸ਼ਨ। ਸੋ ਇਹ ਤਾਂ ਸਾਡਾ ਇੱਕ ਬਹੁਤ ਵੱਡਾ ਖਜ਼ਾਨਾ ਹੈ ਕਿ ਹਰ ਇੱਕ ਗੁਰੂ ਘਰ ਦੇ ਵਿੱਚ ਪੰਜਾਬੀ ਕੀਰਤਨ, ਇਹ ਗੁਰੂ ਗ੍ਰੰਥ ਸਾਹਿਬ, ਸੰਥਿਆ, ਤੇ ਇਹਨਾਂ ਦੇ ਉੱਤੇ ਲੈਕਚਰ, ਡਿਬੇਟਸ, ਡਿਸਕਸ਼ਨਸ, ਇਹ ਹਰ ਇੱਕ ਗੁਰੂ ਘਰ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਲਰਨਿੰਗ ਸੈਂਟਰ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਜੀ ਜੀ। ਤੋ ਇਹ ਗੱਲ ਬਿਲਕੁਲ ਸਾਡਾ ਵੋਕ ਦੀ ਅਵੇਅਰਨੈਸ ਦਾ ਵੀ ਇਹੀ ਪਰਪਸ ਐਂਡ ਆਫ ਦਾ ਡੇ ਇਹੀ ਹੈ ਕਿ ਤੁਸੀਂ ਜਿਸ ਤਰ੍ਹਾਂ ਆਪਣੇ ਗਾਣੇ ਦੇ ਵਿੱਚ ਦੱਸਿਆ ਕਿ ਹੁਣ ਟਾਈਮ ਆ ਗਿਆ ਹੈ ਕਿ ਵਿੱਦਿਆ ਦਾ ਲੰਗਰ ਲਾਉਣ ਦਾ ਜੀ ਜੀ। ਤੇ ਅਸੀਂ ਤੇ ਇਸ ਚੀਜ਼ ਨੂੰ ਬਿਲਕੁਲ ਐਡਮਿਟ ਨਹੀਂ ਕਰਦੇ ਕਿ ਸਾਡਾ ਜੇ ਕੋਈ ਬੱਚਾ, ਸਿੱਖ ਪਰਿਵਾਰ ਦਾ ਬੱਚਾ 3 ਤੋਂ 5 ਸਾਲ ਦਾ ਸਕੂਲ ਨਹੀਂ ਜਾ ਸਕਦਾ ਫੀਸ ਦੇ ਕਾਰਨ, ਤੇ ਅਸੀਂ ਚੁੱਪ ਕਰਕੇ ਬੈਠੇ ਰਹੀਏ ਜੀ ਜੀ ਜੀ। ਅੱਗੇ ਫਿਰ ਬੇਨਤੀ ਹੈ ਇਸ ਪ੍ਰੋਗਰਾਮ ਵਿੱਚ ਰੀਬੂਟ ਪੰਜਾਬ ਤੇ ਜਿਹੜਾ ਵੋਕ ਟੂ ਸੇਵ ਦਾ ਇਨੀਸ਼ੀਏਟਿਵ ਹੈ, ਇਹਦੇ ਵਿੱਚ ਸਾਡਾ ਵੱਧ ਚੜ੍ਹ ਕੇ ਹਿੱਸਾ ਦੇਵੋ ਜੀ। ਭਲੇ ਦੀ ਜੋ ਅਰਦਾਸ ਹੈ ਉਹਦੇ ਵਿੱਚ ਸ਼ਾਮਲ ਹੋਵੋ ਜੀ। ਬਿਲਕੁਲ ਜੀ, ਤੁਸੀਂ ਗੱਲ ਕਹੀ ਹੈ ਕਿ ਵੱਧ ਚੜ੍ਹ ਕੇ ਹਿੱਸਾ ਲਵੋ, ਪਾਰਟਿਸਿਪੇਟ ਕਰੋ। ਪਿਛਲੇ ਐਪੀਸੋਡ 'ਚ ਮੈਂ ਤੁਹਾਨੂੰ ਪੁੱਛਿਆ ਸੀ ਕਿ ਰਿਸਪੌਂਸ ਕਿਸ ਤਰ੍ਹਾਂ ਦਾ ਹੈਗਾ ਆ ਤੁਹਾਨੂੰ ਸੰਗਤ ਦਾ ਜਾਂ ਕਮਿਊਨਿਟੀ ਦਾ, ਜਾਂ ਕਿਸ ਤਰ੍ਹਾਂ ਦਾ ਰਿਸਪੌਂਸ ਤੁਹਾਨੂੰ ਦੇਖਣ ਨੂੰ ਮਿਲ ਰਿਹਾ। ਵੀਡੀਓਜ਼ ਸਾਡੇ ਕੋਲ ਵੀ ਕੁਝ ਆਈਆਂ ਨੇ, ਬੱਚਿਆਂ ਦੀਆਂ ਵੀਡੀਓਜ਼ ਆਈਆਂ ਨੇ, ਵੱਡਿਆਂ ਦੀਆਂ ਵੀਡੀਓਜ਼ ਆਈਆਂ ਨੇ, ਜਿੱਥੇ ਉਹ ਇਸ ਇਵੈਂਟ ਨੂੰ ਪ੍ਰਮੋਟ ਕਰ ਰਹੇ ਨੇ, ਸਪੋਰਟ ਕਰ ਰਹੇ ਨੇ, ਵੀਡੀਓਜ਼ ਬਣਾ ਕੇ ਪਾ ਰਹੇ ਨੇ। ਉਹ ਬੜਾ ਵਧੀਆ ਇੱਕ ਟ੍ਰੈਂਡ ਲੱਗਿਆ ਮੈਨੂੰ। ਇੱਕ ਛੋਟਾ ਬੱਚਾ ਬੜਾ ਪਿਆਰਾ ਜੀ, ਜੱਗੀ ਸਿੰਘ ਕਰਕੇ ਬੱਚਾ ਹੈ ਜੀ, ਉਹਦੀ ਵੀਡੀਓ ਬੜੀ ਪਿਆਰੀ ਲੱਗੀ ਜੀ, ਹੈ ਨਾ ਜੀ। ਉਹ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਮਤਲਬ ਕਿ ਜੁੜੋ ਨਾਲ,
ਤੇ ਮੈਨੂੰ ਜੁਆਇਨ ਕਰੋ ਸੋ ਦੈਟ ਅਸੀਂ ਸਾਰੇ ਇਹਦੇ ਵਿੱਚ ਚੱਲੀਏ। ਚਾਹੇ ਅਸੀਂ ਕਹਿ ਲਓ, ਇੱਕ ਲਫ਼ਜ਼ ਹੁੰਦਾ ਸੀ ਕਹਿੰਦੇ ਡਿਸਟੈਂਸ ਲਰਨਿੰਗ, ਹਨਾ ਜੀ, ਇਹ ਹੋ ਗਿਆ ਜੀ ਡਿਸਟੈਂਸ ਵਾਕਿੰਗ, ਹਨਾ ਜੀ। ਆਪਾਂ ਹੁਣ ਇੱਕ ਕਲਾਸਰੂਮ 'ਚ ਨਹੀਂ ਹੈ, ਇਕੱਠੇ ਨਹੀਂ ਹੈ, ਬਟ ਆਪਣੀ ਆਪਣੀ ਜਗ੍ਹਾ ਤੇ ਜਿੱਥੇ ਜਿੱਥੇ ਹੈਗੇ ਆ ਉੱਥੇ ਵਾਕ ਕਰੀਏ। ਆਈ ਥਿੰਕ ਇਹਦੇ ਨਾਲ ਵਧੀਆ ਓਪਰਚੁਨਿਟੀ ਤੇ ਆਪਸ਼ਨ ਵੀ ਕੀ ਹੋ ਸਕਦੀ ਹੈ, ਇੰਨੀ ਜਦੋਂ ਲੀਨੀਅੰਟ ਹੈ ਸਾਰਾ, ਇੰਨਾ ਹੀ ਕਹਿ ਲਓ ਵੀ ਈਜ਼ੀ ਸਾਰਾ ਕੁਝ ਮਿਲ ਗਿਆ ਵੀ ਜਿੱਥੇ ਮਰਜ਼ੀ ਜਾਓ, ਜਿੱਥੇ ਮਰਜ਼ੀ ਵਾਕ ਕਰੋ, ਹਨਾ ਜੀ। ਬੜੂ ਨੈਟ ਐਪ ਡਾਊਨਲੋਡ ਕਰੋ। ਬੜੂ ਨੈਟ ਜਿਹੜਾ ਐਪ ਹੈਗਾ ਜੀ, ਉਹਦਾ ਸਪੈਲਿੰਗ ਮੈਂ ਦੱਸ ਦਿੰਦਾ ਕਿ BARUNET ਹੈਗਾ ਜੀ। ਇਹ ਬੜੂ ਨੈਟ ਐਪ ਹੈਗਾ ਜਿਹੜਾ ਤੁਸੀਂ ਡਾਊਨਲੋਡ ਕਰਨਾ, ਜਿਹਦੀ ਅਸੀਂ ਗੱਲ ਕਰ ਰਹੇ ਸੀਗੇ ਐਪੀਸੋਡ ਦੇ ਵਿੱਚ। ਸੋ ਗੱਲ ਆ ਜਾਂਦੀ ਹੈ ਜੀ ਕਿ ਹੁਣ ਜਿੱਦਾਂ ਬੜੂ ਸਾਹਿਬ ਹੈਗਾ ਆ ਇੰਡੀਆ ਦੇ ਵਿੱਚ, ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਜੀ ਇਸ ਵਾਕ ਨੂੰ ਲੈ ਕੇ, ਕਿਉਂਕਿ ਆਗਾਜ਼ ਹੋ ਜਾਣਾ ਹੈਗਾ ਜੀ, ਹਨਾ ਜੀ। ਸੋ ਪਾਰਟੀਸਪੇਸ਼ਨ ਸਾਰੀ ਹੋ ਜਾਣੀ ਹੈ, ਵਾਕ ਕਰਨਾ ਸਾਰਿਆਂ ਨੇ ਸ਼ੁਰੂ ਕਰ ਦੇਣਾ ਹੈਗਾ। ਕਿਸ ਤਰ੍ਹਾਂ ਦਾ ਮਾਹੌਲ ਹੈ, ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ, ਕੀ ਕਹਿਣਾ ਚਾਹੋਗੇ? ਦੇਖੋ, ਇਹ ਨੰਬਰ ਗੇਮ ਨਹੀਂ ਹੈਗੀ, ਹੈ ਨਾ। ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਗਿਣਤੀ ਵਾਜ਼ ਇਨ ਹੰਡਰਡਸ ਜੀ, ਹੁਣ ਆਏ ਇਨ ਥਾਊਜ਼ੈਂਡਸ ਜੀ। ਤੇ ਬਾਈ ਦਾ ਟਾਈਮ ਅਸੀਂ ਫਿਨਿਸ਼ ਕਰਨਾ ਹੈ ਉਹ 1 ਤੋਂ 28 ਅਗਸਤ ਤੱਕ ਜੀ, ਇਹ ਲੱਖਾਂ 'ਚ ਗਿਣਤੀ ਹੋ ਜਾਏਗੀ। ਜੀ, ਜੀ, ਜੀ। ਤੇ ਜੇ ਇਕੱਲੀ ਗਿਣਤੀ ਦੀ ਗੇਮ ਹੋਏਗੀ ਤਾਂ ਫਿਰ ਤਾਂ ਸਾਡੇ ਉਹ ਬੜੂ ਸਾਹਿਬ ਦੇ 70,000 ਬੱਚੇ ਨੇ, ਜੀ, ਨਾਲ ਉਹਨਾਂ ਦੇ 5 ਹੋਰ ਪਰਿਵਾਰਾਂ ਦੇ ਮੈਂਬਰ ਲਾ ਲਓ, ਟੀਚਰਾਂ ਦੇ ਫੈਮਿਲੀਜ਼ ਲਾ ਲਓ, ਤੇ ਉਹਨਾਂ ਜੀ, ਜੀ, ਦਾ ਸਰਕਲ ਹੀ ਲੱਖਾਂ 'ਚ ਹੋ ਜਾਂਦਾ। ਜੀ, ਬਿਲਕੁਲ ਜੀ। ਉਹ ਤੇ ਜਿਹੜੇ ਆਲਰੇਡੀ ਇਸ ਰਾਹ ਤੇ ਤੁਰ ਰਹੇ ਨੇ, ਜੀ। ਉਹ ਇੱਕ ਮੈਸੇਜ ਦੇ ਰਹੇ ਨੇ ਕਿ ਦਿਸ ਇਜ਼ ਨਾਟ ਅ ਗੇਮ ਆਫ ਕੁਆਂਟੀਟੀ, ਦਿਸ ਇਜ਼ ਅ ਗੇਮ ਆਫ ਕੁਆਲਿਟੀ। ਜੀ, ਬਿਲਕੁਲ। ਅਸੀਂ ਇਸ ਮੈਸੇਜ ਨੂੰ ਸਮਝੀਏ, ਇਹਦਾ ਮਿਸ਼ਨ ਸਮਝੀਏ ਪਿੱਛੇ ਕੀ ਹੈ, ਤੇ ਵਰਲਡ ਵਾਈਡ ਇਸ ਮਿਸ਼ਨ ਦੇ ਨਾਲ ਜੁੜੀਏ। ਜੀ, ਬਿਲਕੁਲ ਜੀ, ਬਿਲਕੁਲ ਜੀ। ਕਿ ਗਿਣਤੀ ਲੱਖਾਂ 'ਚ ਜਾਏਗੀ ਤੇ ਬਿਲਕੁਲ ਜੀ, ਠੀਕ। ਹਰ ਇੱਕ ਜੋ ਵੀ ਇਹਦੇ 'ਚ ਪਾਰਟਿਸਿਪੇਟ ਕਰੇਗਾ। ਜੀ, ਗੱਲ ਕੀਤਾ ਟਰਸਟ ਬਾਰੇ ਥੋੜਾ ਜਿਹਾ ਵੀ, ਆਪਣੇ ਜਿੰਨੇ ਵੀ ਅਸੀਂ ਲਿੰਕ ਭੇਜੇ ਨੇ, ਵੈਬਸਾਈਟ ਐਡਰੈਸਿਸ ਭੇਜੇ ਨੇ, ਉਹਨਾਂ ਦੇ ਉੱਤੇ ਜਾ ਕੇ ਰਿਸਰਚ ਕਰੇਗਾ ਤੇ ਜੀ, ਜੀ, ਰਿਜ਼ਲਟ, ਪ੍ਰਾਪਤੀਆਂ ਦੇਖੇਗਾ, ਮਿਸ਼ਨ ਦੇਖੇਗਾ, ਕੀ ਬੇਸ ਹੈ। ਜੀ, ਜੀ। ਮੈਂ ਕਹਿੰਦਾ ਉਹਨਾਂ ਨੂੰ ਇੱਕ ਬਹੁਤ ਹੀ ਵਧੀਆ ਸੰਸਥਾ ਦੇ ਨਾਲ ਜੁੜ ਕੇ ਸੇਵਾ ਕਰਨ ਦਾ ਇੱਕ ਬਹੁਤ ਹੀ ਵਧੀਆ ਮੌਕਾ ਮਿਲੇਗਾ, ਜੋ ਕਿ ਉਹਨਾਂ ਨੂੰ ਲਾਈਫ ਦੇ ਵਿੱਚ ਹਮੇਸ਼ਾ ਜੀ, ਅੰਮ੍ਰਿਤ ਦਾ ਸੋਮਾ ਫੁੱਟਦਾ ਰਹੇਗਾ ਕਿ ਜੀ, ਜੀ, ਬਿਲਕੁਲ ਜੀ, ਚੱਕਾ ਇੱਕ ਚੰਗਾ ਸਟੈਪ ਲਿਆ। ਸੋ ਦੈਟਸ ਵਾਈ ਅਸੀਂ ਕਹਿੰਦੇ ਹਾਂ ਕਿ ਯੋਰ ਸਟੈਪ ਮੇਕਸ ਅ ਡਿਫਰੈਂਸ। ਇਹ ਨਾ ਸੋਚੋ ਕਦੀ ਕਿ ਮੇਰੇ ਇੱਕ ਦੇ ਨਾਲ ਪਾਰਟਿਸਿਪੇਟ ਕਰਨੇ ਨਾਲ ਕੀ ਹੋ ਜਾਣਾ, ਇਹ ਕਦੀ ਸੋਚੋ, ਕਿਉਂਕਿ ਜੋ ਪ੍ਰਮਾਤਮਾ ਦੇ ਖਜ਼ਾਨੇ ਆ ਨਾ, ਉਹਦੇ ਵਿੱਚ ਮੈਂ ਕਹਿੰਦਾ ਜੇ ਇੱਕ ਚਿੱਤ ਜੇ ਨਿਕ ਛਿਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਸਾਡੇ ਲੱਖਾਂ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਨਿਰਾਲਾ ਗੁਰਮੁਖ ਕਿਤੇ ਪਿਆਰ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਦਾ ਜੀ, ਤੋਂ ਜਿੰਨੇ ਵੀ ਸਟੈਪ ਲਏਗਾ ਉਹਦਾ ਫਲ ਪੂਰੀ ਦੁਨੀਆ ਨੂੰ ਮਿਲੇਗਾ, ਉਹਦਾ ਫਲ। ਜੀ, ਬਿਲਕੁਲ ਜੀ, ਬਿਲਕੁਲ ਅਟਵਾਲ ਜੀ, ਬੜੀ ਖੂਬਸੂਰਤੀ ਦੇ ਨਾਲ ਤੁਸੀਂ ਸਾਰਾ ਕੁਝ ਬਿਆਨ ਕੀਤਾ ਜੀ। ਆਪਣੇ ਦਰਸ਼ਕਾਂ ਨੂੰ ਤੇ ਦੋਸਤਾਂ ਨੂੰ ਦੱਸਣਾ ਚਾਹਾਂਗਾ ਕਿ ਦੋਸਤੋ, ਸੰਗਤ ਟੀਵੀ ਵੀ ਇਹੀ ਅਪੀਲ ਕਰਦਾ ਹੈ, ਤੁਸੀਂ ਵੱਧ ਚੜ ਕੇ ਇਸ ਚੈਰਿਟੀ ਵਾਕ ਟੂ ਸੇਵ ਦੇ ਵਿੱਚ ਪਾਰਟਿਸਿਪੇਟ ਕਰੋ। ਬੜੂ ਨੈਟ ਐਪ ਡਾਊਨਲੋਡ ਕਰੋ, ਉਹਦੇ ਵਿੱਚ ਵਾਕ ਟੂ ਸੇਵ ਤੇ ਜਾਓ, ਪੈਡੋਮੀਟਰ ਆ ਜਾਏਗਾ ਤੁਹਾਡਾ, ਆਪਣਾ ਰਜਿਸਟ੍ਰੇਸ਼ਨ ਕਰੋ ਤੇ 28 ਦਿਨ ਦਾ ਇਹ ਜੋ ਹੈਗਾ ਇਹ ਪੂਰਾ ਇਵੈਂਟ ਹੈਗਾ ਜੀ, 1 ਅਗਸਤ ਤੋਂ ਲੈ ਕੇ 28 ਅਗਸਤ ਤੱਕ ਤੁਸੀਂ ਪਾਰਟਿਸਿਪੇਟ ਕਰੋ, ਵਾਕ ਕਰੋ ਤੇ ਇਸ ਇਨੀਸ਼ੀਏਟਿਵ ਦੇ ਵਿੱਚ ਆਪਣਾ ਕਹਿ ਲਓ ਵੀ ਯੋਗਦਾਨ ਪਾਓ। ਤੇ ਨਾਲ ਦੀ ਨਾਲ ਜਿਸ ਤਰ੍ਹਾਂ ਕਹਿੰਦੇ ਆ ਕਿ ਪੇ ਐਜ਼ ਯੂ ਗੋ, ਸੋ ਅਸੀਂ ਕਹਿਣਾ ਚਾਹਾਂਗਾ ਕਿ ਡੋਨੇਟ ਐਜ਼ ਯੂ ਅਰਨ, ਕਿ ਨਾਲ ਦੀ ਨਾਲ ਆਪਣਾ ਦਸਵੰਧ ਵੀ ਕੱਢੋ, ਜਿੰਨਾ ਵੀ ਤੁਸੀਂ ਕੱਢ ਸਕਦੇ ਹੋ ਉਹਨਾਂ ਕੋਸ਼ਿਸ਼ ਕਰੋ। ਤੇ ਨਾਲ ਦੀ ਨਾਲ ਸਿਰਫ ਇਹ ਰਿਸਟ੍ਰਿਕਸ਼ਨ ਸਿਰਫ ਇਹ 28 ਦਿਨਾਂ ਤੱਕ ਹੀ ਨਹੀਂ ਹੈ, ਤੇ ਨਾਲ ਆਪਸ਼ਨਾਂ ਇਹ ਵੀ ਹੈਗੀਆਂ ਕਿ ਤੁਸੀਂ ਬੱਚਿਆਂ ਨੂੰ ਸਪੋਂਸਰ ਕਰ ਲਓ। ਇੱਕ ਬੱਚੇ ਦੀ ਕਹਿ ਲਓ ਐਜੂਕੇਸ਼ਨ ਨੂੰ ਜੇ ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ, 30 ਪਾਉਂਡ ਮਹੀਨੇ ਦੇ ਹੈਗੇ ਆ, ਉਹ ਤੁਸੀਂ ਕਰ ਸਕਦੇ ਹੋ। ਜਿਸ ਤਰ੍ਹਾਂ ਕਿ ਤੁਹਾਨੂੰ ਸਾਡੇ ਮਹਿਮਾਨਾਂ ਨੇ, ਕਲਗੀਧਰ ਟਰਸਟ ਦੇ ਰਿਪਰੈਜ਼ੈਂਟੇਟਿਵਸ ਨੇ ਪਿਛਲੇ ਐਪੀਸੋਡਸ ਦੇ ਵਿੱਚ ਵੀ ਦੱਸਿਆ ਹੈਗਾ, ਮੈਂ ਉਹੀ ਚੀਜ਼ ਰਿਪੀਟ ਕਰ ਰਿਹਾ ਕਿ ਤੁਸੀਂ ਉਹ ਸਪੋਂਸਰਸ਼ਿਪ ਕਰ ਸਕਦੇ ਹੋ, ਵਨ ਆਫ ਡੋਨੇਸ਼ਨ ਕਰ ਸਕਦੇ ਹੋ, ਸੰਸਥਾ ਨੂੰ ਕੋਵਿਡ-19 ਕਰਕੇ ਕਹਿ ਲਓ ਵੀ ਤੁਸੀਂ ਸਪੋਰਟ ਕਰ ਸਕਦੇ ਹੋ, ਕਿਉਂਕਿ ਫਾਈਨੈਂਸ਼ੀਅਲ ਸਟ੍ਰੇਨ ਹੈਗਾ ਆ, ਕਿਉਂਕਿ ਫੀਸਾਂ ਨਹੀਂ ਆਈਆਂ ਹੈਗੀਆਂ ਜਾਂ ਕਾਫੀ ਐਸਪੈਕਟ ਹੈਗੇ ਨੇ, ਤੁਸੀਂ ਸਾਡੇ ਪਿਛਲੇ ਐਪੀਸੋਡਸ ਦੇ ਵਿੱਚ ਦੇਖ ਸਕਦੇ ਹੋ। ਸੋ ਦੋਸਤੋ, ਜੇਕਰ ਤੁਸੀਂ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ, ਮੋਸਟ ਵੈਲਕਮ ਹੈਗੇ ਹੋ। ਸੰਗਤ ਟੀਵੀ ਵੀ ਇਹੀ ਅਪੀਲ ਕਰਦਾ। ਨਾਲ ਦੀ ਨਾਲ ਜੇਕਰ ਤੁਸੀਂ ਸਪੋਂਸਰਸ਼ਿਪ ਵੀ ਕਰਨੀ ਚਾਹੁੰਦੇ ਹੋ ਬੱਚਿਆਂ ਨੂੰ, ਤਾਂ ਸਾਡੇ ਟੀਵੀ ਸਕਰੀਨ ਤੇ ਆ ਰਹੇ ਕੰਟੈਕਟ ਨੰਬਰ, ਵੈਬਸਾਈਟ ਦੇ ਰਾਹੀਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਕੰਟੈਕਟ ਕਰ ਸਕਦੇ ਹੋ। ਕਲਗੀਧਰ ਟਰਸਟ ਦੀ ਟੀਮ ਦੇ ਨਾਲ ਕਹਿ ਲਓ 1 to 1 ਤੁਸੀਂ ਕਨਵਰਸੇਸ਼ਨ ਕਰ ਸਕਦੇ ਹੋ, ਕੋਈ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਹੋਵੇ ਤਾਂ। ਤੇ ਅੱਜ ਦੇ ਐਪੀਸੋਡ ਦੇ ਵਿੱਚ ਦੋਸਤੋ ਇੰਨਾ ਹੀ, ਤੇ ਨਾਲ ਦੀ ਨਾਲ ਤੁਹਾਨੂੰ ਸਾਡੀ ਸੰਗਤ ਟੀਵੀ ਦੀ ਹੁਣ ਜਿਹੜੀ ਟੀਮ ਹੈ, ਉਹ ਜੋ ਗੀਤ ਦਾਸ ਦੀ ਝੋਲੀ ਪਿਆ ਹੈਗਾ ਆ, ਤੇ ਦਾਸ ਨੇ ਲਿਖਿਆ ਤੇ ਗਾਇਆ ਹੈਗਾ, ਉਮੀਦ ਹੈ ਤੁਹਾਨੂੰ ਪਸੰਦ ਆਏਗਾ, ਹਰ ਕਦਮ ਕਦਮ ਲੇਖੇ।
ਸੋ ਉਹ ਚੱਲੇਗਾ ਜੀ ਨਾਲ। ਉਹ ਵੀ ਕੁਝ ਮੈਸੇजेस ਵੀ ਚੱਲਣਗੇ ਯੰਗਸਟਰਸ ਵੱਲੋਂ, ਤੇ ਹੋਰ ਜਿਨ੍ਹਾਂ ਨੇ ਵੀ ਮੈਸੇਜ ਰਿਕਾਰਡ ਕੀਤਾ ਸਪੋਰਟ ਕਰਨ ਦੇ ਲਈ, ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਦੋਸਤੋ ਅੱਜ ਦੇ ਐਪੀਸੋਡ ਦੇ ਵਿੱਚ ਬਸ ਇੰਨਾ ਹੀ। ਸੋ ਅਗਲੀ ਵਾਰ ਫੇਰ ਮੁਲਾਕਾਤ ਹੋਏਗੀ। ਸੋ ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।